ਗੁੱਡ ਮਾਰਨਿੰਗ ਆਲ ਆਫ ਯੂ। ਅੱਜ ਦੀ ਕਰੰਟ ਅਫੇਅਰ ਕਲਾਸ ਵਿੱਚ ਆਪਾਂ ਕਵਰ ਕਰਾਂਗੇ 6 to 11 ਮਾਰਚ ਦਾ ਕਰੰਟ ਅਫੇਅਰ। ਕਾਫੀ ਇੰਪੋਰਟੈਂਟ ਨਿਊਜ਼ ਹੋਣਗੀਆਂ, ਸੋ ਵੀਡੀਓ ਨੂੰ ਕੰਪਲੀਟ ਵੇਖਿਓ। ਸਟਾਰਟ ਕਰਦੇ ਆਪਣੇ ਅੱਜ ਦੀ ਫਸਟ ਨਿਊਜ਼ ਤੋਂ। ਫਸਟ ਨਿਊਜ਼ ਇਜ਼ ਰਿਲੇਟਡ ਟੂ ਅਪਾਇੰਟਮੈਂਟਸ। ਸੋ ਗਵਰਨਰ ਦੀ ਅਪਾਇੰਟਮੈਂਟਸ ਹੋਈ ਹੈ, ਕੁਝ ਨਿਊ ਗਵਰਨਰਸ ਅਪਾਇੰਟ ਹੋਏ ਹੈ, ਕੁਝ ਥਰੂ ਟ੍ਰਾਂਸਫਰ ਅਪਾਇੰਟ ਹੋਏ ਨੇ। ਸੋ ਆਪਾਂ ਵੇਖ ਲੈਂਦੇ। ਸਭ ਤੋਂ ਪਹਿਲਾਂ ਗਵਰਨਰਸ ਨੂੰ ਅਪਾਇੰਟ ਕੌਣ ਕਰਦਾ ਹੈ? ਆਪਣੇ ਪ੍ਰੈਜ਼ੀਡੈਂਟ। ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਦੱਸਿਓ ਕਿ ਕਨਸਟੀਟਿਊਸ਼ਨ ਦੇ ਵਿੱਚ ਕਿਹੜਾ ਆਰਟੀਕਲ ਮੈਂਸ਼ਨ ਹੈਗਾ ਗਵਰਨਰ ਦੀ ਅਪਾਇੰਟਮੈਂਟ ਨੂੰ ਲੈ ਕੇ। ਇਸ ਤੋਂ ਬਾਅਦ ਆਪਾਂ ਦੇਖ ਲੈਂਦੇ ਕਿਹੜੀ ਕਿਹੜੀ ਅਪਾਇੰਟਮੈਂਟਸ ਹੋਈਆਂ। ਸਭ ਤੋਂ ਪਹਿਲਾਂ ਬਿਹਾਰ ਦੇ ਵਿੱਚ ਲੈਫਟੀਨੈਂਟ ਜਨਰਲ ਸੈਯਦ ਅਤਾ ਹਸਨੈਨ ਰਿਟਾਇਰਡ ਸੀਗੇ, ਇਹਨਾਂ ਨੂੰ ਬਿਹਾਰ ਦਾ ਗਵਰਨਰ ਅਪਾਇੰਟ ਕੀਤਾ ਗਿਆ। ਮਹਾਰਾਸ਼ਟਰ ਦੇ ਗਵਰਨਰ ਬਣਿਆ ਜਿਸ਼ਨੂਦੇਵ ਵਰਮਾ। ਤੇਲੰਗਾਨਾ ਦੇ ਸ਼ਿਵ ਪ੍ਰਤਾਪ ਸ਼ੁਕਲਾ। ਨਾਗਾਲੈਂਡ ਦੇ ਨੰਦ ਕਿਸ਼ੋਰ ਯਾਦਵ। ਠੀਕ ਹੈ ਜੀ। ਇਸ ਤੋਂ ਬਾਅਦ ਵੈਸਟ ਬੰਗਾਲ ਦੇ ਗਵਰਨਰ ਬਣੇ ਆ ਆਰ.ਐਨ. ਰਾਵੀ, ਜੋ ਕਿ ਤਮਿਲਨਾਡੂ ਦੇ ਗਵਰਨਰ ਸੀਗੇ ਪਹਿਲਾਂ। ਤਮਿਲਨਾਡੂ ਦੇ ਵਿੱਚ ਹੁਣ ਰਾਜੇਂਦਰ ਵਿਸ਼ਵਨਾਥ ਆਰਲੇਕਰ ਨੂੰ ਐਡੀਸ਼ਨਲ ਚਾਰਜ ਦਿੱਤਾ ਗਿਆ। ਹਿਮਾਚਲ ਪ੍ਰਦੇਸ਼ ਦੇ ਗਵਰਨਰ ਬਣਿਆ ਕਵਿੰਦਰ ਗੁਪਤਾ। ਨੈਕਸਟ ਯੂਟੀ ਦੀ ਆਪਾਂ ਗੱਲ ਕਰ ਲੈਂਦੇ ਹਾਂ। ਸੋ ਦਿੱਲੀ ਦੇ ਲੈਫਟੀਨੈਂਟ ਗਵਰਨਰ ਬਣੇ ਆ ਤਰਨਜੀਤ ਸਿੰਘ ਸੰਧੂ ਐਂਡ ਲੱਦਾਖ ਦੇ ਲੈਫਟੀਨੈਂਟ ਗਵਰਨਰ ਬਣੇ ਆ ਵਿਨੈ ਕੁਮਾਰ ਸਕਸੇਨਾ। ਸਾਰੇ ਭਾਵੇਂ ਤੁਸੀਂ ਨਾ ਯਾਦ ਰੱਖਿਓ, ਬਟ ਜੋ ਪੋਲ ਬਾਉਂਡ ਸਟੇਟਸ ਹੈਗੀਆਂ ਉਹਨਾਂ ਦੇ ਗਵਰਨਰ ਤੁਸੀਂ ਜ਼ਰੂਰ ਯਾਦ ਰੱਖਣੇ ਆ। ਇਹਦੇ ਵਿੱਚ ਵੈਸਟ ਬੰਗਾਲ, ਤਮਿਲਨਾਡੂ, ਹਿਮਾਚਲ ਪ੍ਰਦੇਸ਼ ਐਂਡ ਦੋਵੇਂ ਯੂਟੀ ਦੇ ਗਵਰਨਰ ਤੁਹਾਨੂੰ ਜ਼ਰੂਰ ਯਾਦ ਹੋਣੇ ਚਾਹੀਦੇ ਆ। ਸੋ ਨੈਕਸਟ ਨਿਊਜ਼ ਉਸ 'ਤੇ ਮੂਵ ਕਰਦੇ ਹਾਂ ਆਪਾਂ। ਐਂਡ ਕਾਫੀ ਪ੍ਰਾਈਡ ਵਾਲੀ ਨਿਊਜ਼ ਆਪਣੇ ਲਈ। ਇੰਡੀਆ ਵਿਨਸ ਥਰਡ ICC ਮੈਨਸ T20 ਵਰਲਡ ਕੱਪ ਟਾਈਟਲ। ਠੀਕ ਹੈ ਜੀ। ਇੰਡੀਆ ਨੇ 2026 ਦਾ ICC ਵਰਲਡ T20 ਵਰਲਡ ਕੱਪ ਟਾਈਟਲ ਆਪਣੇ ਨਾਮ ਕੀਤਾ ਗਾ। ਐਂਡ ਇਹ ਇੰਡੀਆ ਦੀ ਥਰਡ ਵਿਨ ਸੀਗੀ। ਪਹਿਲੀ ਵਾਰ ਜਦੋਂ 2007 ਦੇ ਵਿੱਚ ਫਸਟ T20 ਵਰਲਡ ਕੱਪ ਖੇਲਿਆ ਗਿਆ ਸੀਗਾ ਸਾਊਥ ਅਫਰੀਕਾ ਦੇ ਵਿੱਚ, ਉਹ ਵੀ ਇੰਡੀਆ ਨੇ ਜਿੱਤਿਆ ਸੀਗਾ। ਐਂਡ ਇਹ ਇੰਡੀਆ ਦਾ ਥਰਡ ਵਿਨ ਹੈਗੀ ਆ। ਇਸ ਤੋਂ ਪਹਿਲਾਂ ਜੋ 2024 ਦਾ ਟੂਰਨਾਮੈਂਟ ਹੋਇਆ ਸੀਗਾ ਉਹ ਵੀ ਇੰਡੀਆ ਨੇ ਜਿੱਤਿਆ ਸੀਗਾ। ਸੋ ਆਪਾਂ ਵੇਖ ਲੈਂਦੇ ਹਾਂ। ਇੰਡੀਆ ਬਿਕੇਮ ਦਾ ਫਸਟ ਟੀਮ ਟੂ ਸਕਸੈਸਫੁਲੀ ਡਿਫੈਂਡ ਦੇਅਰ ਵਰਲਡ T20 ਕਰਾਊਨ। ਠੀਕ ਹੈ ਜੀ। ਇੰਡੀਆ ਪਹਿਲੀ ਟੀਮ ਬਣ ਗਈ ਜਿਨ੍ਹਾਂ ਨੇ ਆਪਣੇ ਕਰਾਊਨ ਨੂੰ ਡਿਫੈਂਡ ਕੀਤਾ। ਇਹਦਾ ਮਤਲਬ ਕੀ ਹੈਗਾ ਕਿ 2024 ਦੇ ਵਿੱਚ ਵੀ ਇੰਡੀਆ ਜਿੱਤੀ ਸੀਗੀ ਐਂਡ 2026 ਦੇ ਵਿੱਚ ਵੀ ਉਹਨਾਂ ਨੇ ਆਪਣੀ ਜਿੱਤ ਨੂੰ ਬਰਕਰਾਰ ਰੱਖਿਆ। ਇਹਨੂੰ ਆਪਾਂ ਕਹਿ ਦਿੰਦੇ ਆ ਡਿਫੈਂਡ ਦੇਅਰ ਕਰਾਊਨ। ਠੀਕ ਹੈ ਜੀ। ਐਂਡ ਆਲਸੋ ਬਿਕੇਮ ਦੀ ਫਸਟ ਟੀਮ ਇਨ ਹਿਸਟਰੀ ਟੂ ਵਿਨ T20 ਵਰਲਡ ਕੱਪ ਐਟ ਹੋਮ। ਠੀਕ ਹੈ ਜੀ। ਆਪਣੇ ਘਰ ਦੇ ਵਿੱਚ ਜਿੱਤਣ ਵਾਲੀ ਇੰਡੀਆ ਜੋ ਹੈ ਫਸਟ ਟੀਮ ਬਣ ਗਈ ਹੈ ਹਿਸਟਰੀ ਦੇ ਵਿੱਚ। ਠੀਕ ਹੈ। ਕਿਉਂਕਿ ਮੈਚ ਕਿੱਥੇ ਹੋਇਆ ਸੀਗਾ? ਇੰਡੀਆ ਨੇ ਹੋਸਟ ਕੀਤਾ ਸੀ। ਐਂਡ ਫਾਈਨਲ ਕਿੱਥੇ ਖੇਡਿਆ ਗਿਆ? ਨਰਿੰਦਰ ਮੋਦੀ ਸਟੇਡੀਅਮ ਅਹਿਮਦਾਬਾਦ ਦੇ ਵਿੱਚ। ਜਸਪ੍ਰੀਤ ਬੁਮਰਾਹ ਨੂੰ ਪਲੇਅਰ ਆਫ ਦਾ ਮੈਚ ਡਿਕਲੇਅਰ ਕੀਤਾ ਗਿਆ ਐਂਡ ਸੰਜੂ ਸੈਮਸਨ ਨੂੰ ਪਲੇਅਰ ਆਫ ਦਾ ਟੂਰਨਾਮੈਂਟ ਡਿਕਲੇਅਰ ਕੀਤਾ ਗਿਆ ਸੀਗਾ। ਨੈਕਸਟ 2007 ਦੇ ਵਿੱਚ ਇਸ ਟੂਰਨਾਮੈਂਟ ਦੀ ਸ਼ੁਰੂਆਤ ਹੋਈ ਸੀਗੀ। ਸਾਊਥ ਅਫਰੀਕਾ ਦੇ ਵਿੱਚ ਇਹਦੀ ਸ਼ੁਰੂਆਤ ਹੋਈ ਐਂਡ ਇੰਡੀਆ ਨੇ ਪਹਿਲਾ ਟੂਰਨਾਮੈਂਟ ਜਿੱਤਿਆ ਸੀਗਾ। ਉਸ ਤੋਂ ਬਾਅਦ 2024 ਦਾ ਜੋ ਲਾਸਟ ਈਅਰ ਜੋ ਟੂਰਨਾਮੈਂਟ ਹੋਇਆ ਸੀਗਾ ਉਹਦੇ ਵਿੱਚ ਵੀ ਇੰਡੀਆ ਜਿੱਤਿਆ ਸੀਗਾ ਐਂਡ ਡਿਫੀਟ ਕੀਤਾ ਸੀਗਾ ਸਾਊਥ ਅਫਰੀਕਾ ਨੂੰ। ਐਂਡ 2024 ਦਾ ਟੂਰਨਾਮੈਂਟ USA ਐਂਡ ਵੈਸਟ ਇੰਡੀਜ਼ ਦੇ ਵਿੱਚ ਹੋਇਆ ਸੀਗਾ। ਐਂਡ ਇਸ ਵਾਰ ਦਾ ਕਿੱਥੇ ਹੋਇਆ? ਇੰਡੀਆ ਦੇ ਵਿੱਚ ਹੋਇਆ। ਉਸ ਤੋਂ ਬਾਅਦ ਜੋ T20 ਵਰਲਡ ਕੱਪ ਹੈਗਾ ਉਹ ਐਵਰੀ ਅਲਟਰਨੇਟ ਈਅਰ ਹੁੰਦਾ ਹੈ, ਯਾਨੀ ਕਿ ਜਿਵੇਂ 2024 ਦੇ ਵਿੱਚ ਹੋਇਆ ਸੀਗਾ ਹੁਣ 2026 ਦੇ ਵਿੱਚ ਹੋਇਆ। ਐਂਡ ਨੈਕਸਟ ਜੋ ਟੂਰਨਾਮੈਂਟ ਹੋਊਗਾ ਉਹ ਹੋਊਗਾ 2028 ਦੇ ਵਿੱਚ। ਨੈਕਸਟ ਨਿਊਜ਼ ਇਜ਼ ਰਿਲੇਟਡ ਟੂ ਨੈਸ਼ਨਲ ਪਾਰਕ ਉਪੈਂਬਾ ਨੈਸ਼ਨਲ ਪਾਰਕ। ਇਹ ਹੈਗਾ ਡੈਮੋਕ੍ਰੇਟਿਕ ਰਿਪਬਲਿਕ ਆਫ ਕੋਂਗੋ ਦੇ ਵਿੱਚ, ਇਹ ਕੰਟਰੀ ਹੈਗੀ ਅਫਰੀਕਾ ਕੰਟੀਨੈਂਟ ਦੇ ਵਿੱਚ। ਉੱਥੇ ਨੈਸ਼ਨਲ ਪਾਰਕ ਮੈਂਸ਼ਨ ਸੀਗਾ ਨਿਊਜ਼ ਦੇ ਵਿੱਚ। ਮੈਂਸ਼ਨ ਕਿਉਂ ਸੀਗਾ? ਕਿਉਂਕਿ ਇੱਥੇ ਮਿਲਟਰੀ ਦਾ ਅਟੈਕ ਹੋਇਆ ਐਂਡ IUCN ਯਾਨੀ ਕਿ ਇੰਟਰਨੈਸ਼ਨਲ ਯੂਨੀਅਨ ਫॉर ਕੰਜ਼ਰਵੇਸ਼ਨ ਆਫ ਨੇਚਰ ਨੇ ਇਸ ਅਟੈਕ ਨੂੰ ਕੰਡੈਮ ਕੀਤਾ। ਬਿਕੋਜ਼ ਆਪਣੇ ਜੋ ਨੈਸ਼ਨਲ ਪਾਰਕਸ ਹੁੰਦੇ ਆ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਡਾਇਵਰਸਿਟੀ ਹੁੰਦੀ ਹੈ ਫਲੋਰਾ ਦੀ, ਫੋਨਾ ਦੀ। ਸੋ ਇਹੋ ਜਿਹੀ ਥਾਂ 'ਤੇ ਅਟੈਕ ਹੋਣਾ ਮਤਲਬ ਕਿ ਐਨੀਮਲਸ 'ਤੇ ਅਟੈਕ ਹੋਣਾ, ਆਪਣੇ ਫਲੋਰਾ 'ਤੇ ਅਟੈਕ ਹੋਣਾ, ਫੋਨਾ 'ਤੇ ਅਟੈਕ ਹੋਣਾ। ਸੋ ਇਹਨੂੰ ਕੰਡੈਮ ਕੀਤਾ ਗਿਆ, ਇਸ ਕਰਕੇ ਨਿਊਜ਼ ਦੇ ਵਿੱਚ ਸੀਗਾ। ਯਾਦ ਰੱਖਿਓ, ਜਸਟ ਲੋਕੇਸ਼ਨ ਤੁਹਾਨੂੰ ਇੰਪੋਰਟੈਂਟ ਹੈ, ਪਤਾ ਹੋਣੀ ਚਾਹੀਦੀ ਆ। ਨੈਕਸਟ ਨਿਊਜ਼ ਇਜ਼ ਸਟੇਟ ਸਪੈਸੀਫਿਕ ਨਿਊਜ਼ ਹੈਗੀ ਆ। ਸੋ ਕੇਰਲਾ ਪੁਲਿਸ ਨੇ ਨਿਰਭਿਆ ਨਿਸ਼ਾ ਲਾਂਚ ਕੀਤਾ ਗਾ ਟੂ ਐਨਸ਼ੋਰ ਸੇਫ ਨਾਈਟ ਟਰੈਵਲ ਫॉर ਵੂਮੈਨ। ਸੋ ਵੂਮੈਨਸ ਦੀ ਸੇਫਟੀ ਲਈ ਜੋ ਹੈ ਨਿਰਭਿਆ ਨਿਸ਼ਾ ਲਾਂਚ ਕੀਤਾ ਗਿਆ। ਸੋ ਇਹਦੇ ਵਿੱਚ ਕੀ ਹੋਊਗਾ? ਨਾਈਟ ਟਾਈਮ ਜੋ ਪੈਟਰੋਲਿੰਗ ਨੂੰ ਵਧਾ ਦਿੱਤਾ ਜਾਊਗਾ ਤਾਂ ਕਿ ਜੋ ਵਿਮਨਸ ਹੈ ਉੱਥੇ ਸੇਫ ਜੋ ਫੀਲ ਕਰ ਸਕਣ। ਨੈਕਸਟ ਨਿਊਜ਼ ਇਜ਼ ਸੁਜਲਮ ਸ਼ਕਤੀ ਦਿਵਸ ਰਿਸੈਂਟਲੀ ਮਨਾਇਆ ਗਿਆ। ਜਲ ਮਹੋਤਸਵ 2026 marks the beginning with nationwide observance of Jal Arpan Divas which is observed as Sujalam Shakti Divas। ਸੋ ਜਲ ਮਹੋਤਸਵ 2026 ਜੋ ਕਿ 8 ਮਾਰਚ ਤੋਂ 22 ਮਾਰਚ ਮਨਾਇਆ ਜਾਊਗਾ ਹਰ ਸਾਲ। ਇਸੇ ਦੇ ਅੰਤਰਗਤ ਇਹਦੀ ਸ਼ੁਰੂਆਤ ਕਿੱਥੋਂ ਹੋਈ ਹੈ? ਜਲ ਮਹੋਤਸਵ 2026 ਦੀ ਗੁਜਰਾਤ ਤੋਂ ਸ਼ੁਰੂਆਤ ਹੋਈ ਹੈ। ਠੀਕ ਹੈ ਜੀ। ਇਸ ਮੌਕੇ 'ਤੇ ਜਲ ਅਰਪਣ ਦਿਵਸ ਨੂੰ ਮਨਾਇਆ ਗਿਆ ਐਜ਼ ਅ ਸੁਜਲਮ ਸ਼ਕਤੀ ਦਿਵਸ
एंड टैगलाइन की सी गाँव का उत्सव देश का महोत्सव। सो इस न्यूज़ ਦੇ ਵੀ ਤੁਸੀਂ याद की रखना है कि जल महोत्सव की शुरुआत कितों हुई है, गुजरात तो हुई है, ठीक है जी। एंड जल महोत्सव कैंपेन जो है ਕਿਹੜੀ ਡੇट्स ਦੇ ਵਿੱਚ ਮਨਾਇਆ ਜਾਊਗਾ ਐਂਡ ਟੈਗਲਾइन ਤੁਸੀਂ याद रखनी है। ਨੈਕਸਟ ਨਿਊਜ਼ ਇਜ਼ ਸ਼ਾਈਨ। ਸ਼ਾਈਨ ਕੀ ਹੈ ਆਪਾਂ ਵੇਖ ਲੈਂਦੇ ਹਾਂ। Indian Railways has launched a customized app for women employees to lodge complaints against sexual harassment at the workplace। सो सब तो पहला शाइन की है एक कस्टमाइज्ड ऐप हैगी है, ਇਹਦੀ फुल फॉर्म देख ਲੈਂਦੇ ਹਾਂ। ਸੈਕਸ਼ੂਅਲ ਹਰਾਸਮੈਂਟ ਇੰਸੀਡੈਂਟ ਨੋਟੀਫਿਕੇਸ਼ਨ ਫॉर एम्पावरमेंट ਲੌਂਚ ਕਿੰਨੇ ਕੀਤੀ ਹੈ? ਇੰਡੀਅਨ ਰੇਲਵੇਜ਼ ਨੇ ਲੌਂਚ ਕੀਤੀ ਹੈ। ਪਰਪਸ ਕੀ ਹੈ ਲੌਂਚ ਕਰਨ ਦਾ ਕਿ ਜੋ ਸੈਕਸ਼ੂਅਲ ਹਰਾਸਮੈਂਟ ਹੁੰਦੀ ਹੈ ਵਿਮਨਸ ਦੇ ਨਾਲ ਵਰਕ ਪਲੇਸ 'ਤੇ ਉਹਨਾਂ ਦੇ ਅਗੇਂਸਟ ਆਪਣੀ ਫਾਈਲ ਨੂੰ ਉਹ ਲੌਂਚ ਕਰ ਸਕਦੇ, ਆਪਣੇ ਕੰਪਲੇਨ ਨੂੰ ਲੌਂਚ ਕਰ ਸਕਦੇ, ਠੀਕ ਹੈ ਜੀ। ਸੋ ਇਹਦਾ ਪਰਪਸ ਹੈਗਾ ਸ਼ਾਈਨ ਨੂੰ, ਸੋ ਤਾਂ ਕਿ ਜੋ ਹਰਾਸਮੈਂਟ ਹੈਗੀ ਹੈ ਵਰਕ ਪਲੇਸ ਤੋਂ ਇਹਨੂੰ ਰੋਕਾ ਜਾ ਸਕੇ। ਨੈਕਸਟ ਨਿਊਜ਼ ਰਿਲੇਟਡ ਟੂ ਡਿਫੈਂਸ। ਸੋ ਇੱਕ ਐਕਸਰਸਾਈਜ਼ ਨਿਊਜ਼ ਦੇ ਵਿੱਚ ਮੈਂਸ਼ਨ ਸੀਗੀ, ਨੇਮ ਹੈਗਾ ਲੈਮਿਟੀਏ 2026। ਇਹ ਜੁਆਇੰਟ ਆਰਮਡ ਫੋਰਸਿਸ ਐਕਸਰਸਾਈਜ਼ ਹੈਗੀ ਆ ਕਿਹੜੀ ਦੋ ਕੰਟਰੀ ਦੇ ਵਿੱਚ? ਇੰਡੀਆ ਐਂਡ ਸੇਸ਼ਲ ਦੇ ਵਿੱਚ। ਐਂਡ ਰੀਸੈਂਟਲੀ ਕਿੱਥੇ ਕੰਡਕਟ ਹੋਈ ਸੀਗੇ? ਸੇਸ਼ਲਸ ਡਿਫੈਂਸ ਅਕੈਡਮੀ ਦੇ ਵਿੱਚ। ਸੇਸ਼ਲਸ ਦੇਖ ਸਕਦੇ ਤੁਸੀਂ ਇੱਥੇ ਇੰਡੀਅਨ ਓਸ਼ੀਅਨ ਦੇ ਵਿੱਚ ਇੱਕ ਆਈਲੈਂਡ ਕੰਟਰੀ ਹੈਗੀ ਸੇਸ਼ਲਸ, ਠੀਕ ਹੈ, ਜਿਹਦੇ ਥੱਲੇ ਹੈਗਾ ਮੈਡਾਗਾਸਕਰ ਐਂਡ ਸੇਸ਼ਲ ਦੀ ਕੈਪੀਟਲ ਕੀ ਹੈਗੀ ਹੈ? ਵਿਕਟੋਰੀਆ। ਇਹ ਵੀ ਤੁਸੀਂ ਯਾਦ ਰੱਖਿਓ। ਸੋ ਇਹ ਐਕਸਰਸਾਈਜ਼ ਕਿਹੜੀ ਦੋ ਕੰਟਰੀ ਦੇ ਵਿੱਚ ਹੁੰਦੀ ਹੈ? ਇੰਡੀਆ ਐਂਡ ਸੇਸ਼ਲਸ, ਯਾਦ ਰੱਖਣਾ। ਨੈਕਸਟ ਨਿਊਜ਼ ਇਜ਼ ਪਰਸਨੈਲਿਟੀ ਤੋਂ ਰਿਲੇਟਡ ਹੈਗਾ। RM नच्चम्माई बिकम फर्स्ट वुमेन चीफ ऑफ ऑपरेशनल न्यूक्लियर प्लांट, ठीक है जी। RM नच्चम्माई जो है फर्स्ट वुमेन बन गई है जो कि ਚੀਫ ਬਣੀ ਹੈ ਕਿਸੇ ਵੀ ਆਪਰੇਸ਼ਨਲ ਨਿਊਕਲੀਅਰ ਪਲਾਂਟ ਦੀ। ਐਂਡ ਇਹਨੂੰ ਆਪਾਂ ਐਗਜ਼ਾਮਪਲ ਦੇ ਸਕਦੇ ਹਾਂ ਐਜ਼ ਅ ਰੀਅਲ ਜੋ ਵੂਮਨ ਐਮਪਾਵਰਮੈਂਟ ਹੋ ਰਹੀ ਹੈ ਕਿ ਜੋ ਵੂਮਨਸ ਹੈ ਉਹ ਇੰਨੀ ਕੀ ਪੋਜੀਸ਼ਨਸ ਜੋ ਹੈ ਅੱਜ ਦੇ ਟਾਈਮ ਹੋਲਡ ਕਰ ਰਹੀ ਹੈ, ਠੀਕ ਹੈ ਜੀ। ਇਹ ਨਿਊਕਲੀਅਰ ਪਲਾਂਟ ਕਿਹੜਾ ਹੈਗਾ? ਕੈਗਾ ਪਲਾਂਟ, ਜੋ ਕਿ ਕਰਨਾਟਕਾ ਦੇ ਵਿੱਚ ਲਾਈ ਕਰਦਾ ਗਾ। ਸੋ ਇੰਪੋਰਟੈਂਟ ਹੈ, ਯਾਦ ਰੱਖਿਓ। ਕੈਗਾ ਪਲਾਂਟ ਦੀ ਲੋਕੇਸ਼ਨ ਵੀ ਪੁੱਛੀ ਜਾ ਸਕਦੀ ਹੈ ਐਂਡ ਪਰਸਨ ਦਾ ਨਾਮ ਵੀ ਪੁੱਛਿਆ ਜਾ ਸਕਦਾ ਗਾ। ਮੈਨੂੰ ਕਮੈਂਟ ਦੇ ਵਿੱਚ ਦੱਸੋ ਕਿ ਇੰਡੀਆ ਦੇ ਵਿੱਚ ਕਿੰਨੇ ਨਿਊਕਲੀਅਰ ਪਾਵਰ ਪਲਾਂਟ ਹੈਗੇ ਹੈ, ਉਹਨਾਂ ਦੀ ਲੋਕੇਸ਼ਨ ਤੁਸੀਂ ਮੈਂਸ਼ਨ ਕਰਨੀ ਹੈ। ਨੈਕਸਟ ਇਜ਼ ਰਿਲੇਟਡ ਟੂ ਨਿਊਜ਼। ਸੋ ਵੈਲਥ ਆਫ ਨੇਸ਼ਨ ਕਾਫੀ ਜ਼ਿਆਦਾ ਇੰਪੋਰਟੈਂਟ ਬੁੱਕ ਹੈਗੀ ਆ ਜੋ ਕਿ 1776 ਦੇ ਵਿੱਚ ਪਬਲਿਸ਼ ਕੀਤੀ ਗਈ ਸੀਗੀ। ਕਿਹਨਾਂ ਨੇ ਲਿਖੀ ਸੀ? ਐਡਮ ਸਮਿਥ ਨੇ, ਠੀਕ ਹੈ ਜੀ। ਬਹੁਤ ਫੇਮਸ ਇਕੋਨਮਿਸਟ ਹੋਏ ਨੇ ਅਮਰੀਕਾ ਦੇ। ਇਹਨਾਂ ਨੇ ਬੁੱਕ ਲਿਖੀ ਸੀਗੀ, ਰੀਸੈਂਟਲੀ ਨਿਊਜ਼ ਦੇ ਵਿੱਚ ਸੀਗੀ ਕਿਉਂਕਿ ਇਸ ਬੁੱਕ ਨੇ ਆਪਣੇ 250th ਐਨੀਵਰਸਰੀ ਰੀਸੈਂਟਲੀ ਮਾਰਕ ਕੀਤੀ ਹੈ, ਠੀਕ ਹੈ ਜੀ। ਸੋ ਇਹਦੇ ਵਿੱਚ ਈਅਰ ਤੇ ਅਥਰ ਦਾ ਨਾਮ ਤੁਸੀਂ ਯਾਦ ਰੱਖਣਾ। ਨੈਕਸਟ ਇਜ਼ ਮੋਜ਼ਾਬਾ ਖਾਮੇਨੀ। ਮੋਜ਼ਾਬਾ ਖਾਮੇਨੀ ਜੋ ਕਿ ਆਇਤੁੱਲਾ ਅਲੀ ਖਾਮੇਨੀ ਜੋ ਪਹਿਲਾਂ ਈਰਾਨ ਦੇ ਸੁਪਰੀਮ ਲੀਡਰ ਸੀਗੇ ਜਿਨ੍ਹਾਂ ਨੂੰ ਰੀਸੈਂਟਲੀ ਮਾਰਿਆ ਗਿਆ ਸੀਗਾ ਬਾਈ US ਐਂਡ ਇਜ਼ਰਾਈਲ ਸਟ੍ਰਾਈਕ, ਉਹਨਾਂ ਦੇ ਹੀ ਬੇਟੇ ਮੋਜ਼ਾਬਾ ਖਾਮੇਨੀ ਨੂੰ ਈਰਾਨ ਦਾ ਨਿਊ ਸੁਪਰੀਮ ਲੀਡਰ ਚੁਣ ਲਿਆ ਗਿਆ, ਠੀਕ ਹੈ ਜੀ। ਪਰਸਨੈਲਿਟੀ ਬੇਸ ਹੈ, ਯਾਦ ਰੱਖਿਓ। ਨੈਕਸਟ ਨਿਊਜ਼ ਇਜ਼ PM ਮੋਦੀ ਇਨੈਗੂਰੇਟਸ ਇੰਡੀਆਜ਼ ਫਸਟ ਰਿੰਗ ਮੈਟਰੋ ਇਨ ਦਿੱਲੀ। ਸੋ ਰਿੰਗ ਮੈਟਰੋ ਜੋ ਹੈ ਦਿੱਲੀ ਦੇ ਵਿੱਚ ਇਨੈਗੂਰੇਟ ਕੀਤੀ ਹੈ ਬਾਈ PM ਮੋਦੀ। ਐਂਡ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੋ ਨਿਊ ਕੋਰੀਡੋਰਸ ਬਣਾਏ ਗਏ ਹੈ। ਵਨ ਇਜ਼ ਪਿੰਕ ਲਾਈਨ ਐਂਡ ਵਨ ਇਜ਼ ਮੈਜੈਂਟਾ ਲਾਈਨ। ਜੋ ਮੈਜੈਂਟਾ ਲਾਈਨ ਹੈਗੀ ਉਹ ਦੀਪਾਵਲੀ ਚੌਕ ਤੋਂ ਮਜਲਿਸ ਪਾਰਕ ਤੱਕ ਜਾਊਗੀ ਐਂਡ ਜੋ ਪਿੰਕ ਲਾਈਨ ਹੈਗੀ ਹੈ ਮਜਲਿਸ ਪਾਰਕ ਨੂੰ ਮੌਜਪੁਰ ਬਾਬਰਪੁਰ ਨੂੰ ਜੋੜੋਗੇ, ਠੀਕ ਹੈ ਜੀ। ਸੋ ਇੱਕ ਕੋਰੀਡੋਰਸ ਤੁਸੀਂ ਯਾਦ ਰੱਖਣੇ, ਬਾਕੀ ਕੁਝ ਐਸਾ ਇੰਪੋਰਟੈਂਟ ਨਹੀਂ ਹੈਗਾ। ਬਸ ਇੰਨਾ ਯਾਦ ਰੱਖੋ ਕਿ ਰਿੰਗ ਮੈਟਰੋ ਕਿੱਥੇ ਇਨੈਗੂਰੇਟ ਹੋਈ ਆ? ਦਿੱਲੀ ਦੇ ਵਿੱਚ ਇਨੈਗੂਰੇਟ ਹੋਈ ਹੈ। ਨੈਕਸਟ ਇਜ਼ ਸਾਇੰਸ ਰਿਲੇਟਡ ਨਿਊਜ਼। ਪ੍ਰੋਬਾ 3 ਮਿਸ਼ਨ। ਸਭ ਤੋਂ ਪਹਿਲਾਂ ਕਿਹੜੀ ਸਪੇਸ ਏਜੰਸੀ ਦਾ ਮਿਸ਼ਨ ਹੈਗਾ ਹੈ? ਯੂਰੋਪੀਅਨ ਸਪੇਸ ਏਜੰਸੀ ਦਾ ਮਿਸ਼ਨ ਹੈਗਾ। ਐਂਡ ਨਿਊਜ਼ ਦੇ ਵਿੱਚ ਕਿਉਂ ਸੀਗਾ? ਦਰਅਸਲ ਇਹ ਜੋ ਮਿਸ਼ਨ ਹੈਗਾ ਉਹ ਲਾਂਚ ਕੀਤਾ ਗਿਆ ਸੀਗਾ ਤਾਂ ਕਿ ਇੱਕ ਆਰਟੀਫਿਸ਼ਲ ਸੋਲਰ ਐਕਲਿਪਸ ਜੋ ਹੈ ਉਹਨੂੰ ਬਣਾਇਆ ਜਾ ਸਕੇ ਐਂਡ ਉਸ ਸੋਲਰ ਐਕਲਿਪਸ ਕਰਕੇ ਜੋ ਸਨ ਦਾ ਕੋਰੋਨਾ ਹੈਗਾ ਉਹਨੂੰ ਉਹਦੀ ਜੋ ਹੈ ਸਟੱਡੀ ਕੀਤੀ ਜਾ ਸਕਦੀ ਹੈ, ਠੀਕ ਹੈ ਜੀ। ਸੋ ਇਹ ਜੋ ਮਿਸ਼ਨ ਸੀਗਾ is dedicated to precision formation flying, which will demonstrate precision formation flying between two satellites to create an artificial eclipse, which ultimately helps scientists to observe the sun's corona, a region typically obscured by the intense brightness of the sun। ਤੇ ਜੋ ਸਨ ਦਾ ਜੋ ਕਰੋਨਾ ਵਾਲਾ ਪਾਰਟ ਹੁੰਦਾ ਜੋ ਕਿ ਕਾਫੀ ਜ਼ਿਆਦਾ ਬ੍ਰਾਈਟ ਹੁੰਦਾ ਹੈ ਉਹਦੀ ਸਟੱਡੀ ਲਈ ਇਹ ਮਿਸ਼ਨ ਲਾਂਚ ਕੀਤਾ ਗਿਆ ਸੀਗਾ। ਐਂਡ ਤਰੀਕਾ ਕੀ ਸੀਗਾ ਕਿ ਇਹ ਇੱਕ ਆਰਟੀਫਿਸ਼ਲ ਸੋਲਰ ਐਕਲਿਪਸ ਪਹਿਲਾਂ ਉਸ ਪੋਜੀਸ਼ਨ ਦੇ ਵਿੱਚ ਆਉਣਗੇ, ਆਰਟੀਫਿਸ਼ਲ ਸੋਲਰ ਐਕਲਿਪਸ ਨੂੰ ਲੈ ਕੇ ਆਉਣਗੇ ਜਿਹਦੇ ਕਰਕੇ ਜੋ ਬ੍ਰਾਈਟਨੈਸ ਹੈਗੀ ਹੈ ਸਨ ਦੀ ਉਹ ਕਮ ਹੋਊਗੀ ਐਂਡ ਸਨ ਦੇ ਕਰੋਨਾ ਨੂੰ ਜੋ ਸਟੱਡੀ ਕੀਤਾ ਜਾ ਸਕਦਾ ਹੈ। ਬਟ ਨਿਊਜ਼ ਦੇ ਵਿੱਚ ਕਿਉਂ ਸੀਗਾ?
ਇਹਦੇ ਵਿੱਚ 2 ਸਪੇਸਕ੍ਰਾਫਟ ਨੂੰ ਭੇਜਿਆ ਗਿਆ ਸੀਗਾ। ਉਹਦੇ ਵਿੱਚੋਂ ਜੋ ਇੱਕ ਸਪੇਸਕ੍ਰਾਫਟ ਸੀਗਾ ਉਹਦੇ ਤੋਂ ਇਹਨਾਂ ਦਾ ਕੰਟੈਕਟ ਲੋਸਟ ਹੋ ਗਿਆ, ਇਸ ਕਰਕੇ ਇਹ ਪ੍ਰੋਬਾ 3 ਮਿਸ਼ਨ ਨਿਊਜ਼ ਦੇ ਵਿੱਚ ਸੀਗਾ। ਠੀਕ ਹੈ ਜੀ, ਤੁਸੀਂ ਇਹਦੇ ਵਿੱਚ ਕੀ ਯਾਦ ਰੱਖਣਾ ਕਿ ਪ੍ਰੋਬਾ 3 ਮਿਸ਼ਨ ਕਿਹੜੀ ਸਪੇਸ ਏਜੰਸੀ ਦਾ ਮਿਸ਼ਨ ਹੈਗਾ। ਇਹਦਾ ਪਰਪਸ ਕੀ ਸੀਗਾ, ਸਨ ਦੇ ਕਰੋਨਾ ਨੂੰ ਸਟੱਡੀ ਕਰਨਾ ਐਂਡ ਇੱਕ ਸੋਲਰ ਐਕਲਿਪਸ, ਆਰਟੀਫਿਸ਼ੀਅਲ ਸੋਲਰ ਐਕਲਿਪਸ ਨੂੰ ਕੰਡਕਟ ਕਰਨਾ। ਨੈਕਸਟ ਇਜ਼ ਕਮਿਸ਼ਨ ਔਨ ਦਾ ਸਟੇਟਸ ਆਫ ਵੂਮੈਨ ਨਿਊਜ਼ ਦੇ ਵਿੱਚ ਸੀ। ਸੋ ਇਹਦੇ ਬਾਰੇ ਆਪਾਂ ਦੇਖ ਲੈਂਦੇ ਹਾਂ। ਇੱਕ ਫੰਕਸ਼ਨਲ ਕਮਿਸ਼ਨ ਹੈਗਾ ਇਕਨੋਮਿਕ ਐਂਡ ਸੋਸ਼ਲ ਕਾਊਂਸਿਲ ਦਾ। ਠੀਕ ਹੈ ਜੀ, ਇਕਨੋਮਿਕ ਐਂਡ ਸੋਸ਼ਲ ਕਾਊਂਸਿਲ ਜੋ ਹੈ ਯੂਨਾਈਟਿਡ ਨੇਸ਼ਨ ਦੀ ਇੱਕ ਏਜੰਸੀ ਹੈਗੀ ਆ। ਇਹਦੇ ਅੰਡਰ ਇਹ ਕਮਿਸ਼ਨ ਕੰਮ ਕਰਦਾ, ਕਮਿਸ਼ਨ ਔਨ ਦਾ ਸਟੇਟਸ ਆਫ ਵੂਮੈਨ। ਐਂਡ ਇਹਨੂੰ ਇਸਟੈਬਲਿਸ਼ ਕੀਤਾ ਗਿਆ ਸੀਗਾ 1946 ਦੇ ਵਿੱਚ। ਐਂਡ ਇਹਦਾ ਪਰਪਸ ਕੀ ਹੈਗਾ, ਟੂ ਪ੍ਰਮੋਟ ਵੀਮੈਨਸ ਪੋਲੀਟੀਕਲ, ਇਕਨੋਮਿਕ, ਸਿਵਲ ਐਂਡ ਸੋਸ਼ਲ ਐਂਡ ਐਜੂਕੇਸ਼ਨਲ ਰਾਈਟਸ। ਠੀਕ ਹੈ ਜੀ, ਸੋ ਸਿੰਪਲੀ ਤੁਸੀਂ ਇੰਨਾ ਯਾਦ ਰੱਖਣਾ ਇਸ ਨਿਊਜ਼ ਦੇ ਵਿੱਚ ਕਿ ਇਹ ਜੋ ਕਮਿਸ਼ਨ ਹੈ ਕਿਹੜੀ ਏਜੰਸੀ ਦੇ ਅੰਡਰ ਕੰਮ ਕਰਦਾ ਐਂਡ ਕਦੋਂ ਇਸ ਕਮਿਸ਼ਨ ਨੂੰ ਬਣਾਇਆ ਗਿਆ ਸੀਗਾ। ਨੈਕਸਟ ਨਿਊਜ਼ ਇਜ਼ ਕਰਨਾਟਕਾ ਪ੍ਰਪੋਜ਼ ਟੂ ਬੈਨ ਸੋਸ਼ਲ ਮੀਡੀਆ ਫॉर ਚਿਲਡਰਨ ਅੰਡਰ 16। ਸੋ ਕਰਨਾਟਕਾ ਜੋ ਹੈ ਫਸਟ ਸਟੇਟ ਬਣ ਗਿਆ ਜਿਨ੍ਹਾਂ ਨੇ ਪ੍ਰਪੋਜ਼ ਕੀਤਾ ਗਾ ਕਿ ਉਹ ਅੰਡਰ 16 ਜੋ ਵੀ ਚਿਲਡਰਨਸ ਹੈ ਉਹਨਾਂ ਲਈ ਸੋਸ਼ਲ ਮੀਡੀਆ ਨੂੰ ਬੈਨ ਕਰ ਦੇਣਗੇ। ਠੀਕ ਹੈ, ਹਜੇ ਪ੍ਰਪੋਜ਼ ਕੀਤਾ, ਇੰਪਲੀਮੈਂਟ ਨਹੀਂ ਹੋਇਆਗਾ। Next news is related to sports. Wait. ਸੋ ਜੋਰਜ ਰਸਲ ਇਹ ਬ੍ਰਿਟੇਨ ਦੇ ਪਲੇਅਰ ਨੇ। ਇਹਨਾਂ ਨੇ ਹਾਲ ਫਿਲਹਾਲ 'ਚ ਆਸਟ੍ਰੇਲੀਅਨ ਗ੍ਰੋਪਰੀ 2026 ਦਾ ਟਾਈਟਲ ਆਪਣੇ ਨਾਮ ਕੀਤਾ ਗਾ, ਤੁਸੀਂ ਵੇਖ ਸਕਦੇ ਹੋ। ਐਂਡ ਇਹ ਜੋ ਗ੍ਰੋਪਰੀ ਹੁੰਦੀ ਹੈ ਦੇਜ਼ ਆਰ ਫਾਰਮੂਲਾ 1 ਰੇਸਿਸ। ਠੀਕ ਹੈ ਜੀ, ਸੋ ਫਾਰਮੂਲਾ 1 ਰੇਸਿਸ ਜੋ ਕਾਰ ਇਸ ਤਰੀਕੇ ਦੀ ਦਿਖਦੀ ਹੈ, ਇਹਦੇ ਵਿੱਚ ਆਸਟ੍ਰੇਲੀਅਨ ਗ੍ਰੋਪਰੀ ਜੋ ਇਹਨਾਂ ਨੇ ਆਪਣੇ ਨਾਮ ਕੀਤੀ ਹੈ ਜੋਰਜ ਰਸਲ ਨੇ। ਨਾਮ ਇੰਪੋਰਟੈਂਟ ਹੈ, ਯਾਦ ਰੱਖਿਓ। ਨੈਕਸਟ ਇਜ਼ ਜੀ ਸਪਾਈਡਰ ਰੋਬੋਟ। ਜੀ ਸਪਾਈਡਰ ਰੋਬੋਟ ਨਿਊਜ਼ ਦੇ ਵਿੱਚ ਸੀ। ਇਟ ਇਜ਼ ਐਨ ਆਟੋਮੇਟਿਡ ਕੈਨਾਲ ਕਲੀਨਿੰਗ ਰੋਬੋਟ ਕ੍ਰੀਏਟਡ ਬਾਈ ਜੈਨ ਰੋਬੋਟਿਕ ਇਨੋਵੇਸ਼ਨਸ ਐਂਡ ਡਿਪਲੋਇਡ ਬਾਈ थिरुवनंतपुरम म्यूनिसिपल कॉरपोरेशन अंडर स्वच्छ भारत मिशन अर्बन 2.0। सो जे स्पाइडर रोबोट की हैगा, ਤੁਸੀਂ ਵੇਖਦੇ ਹੋਵੋਗੇ ਕਿ ਜੋ ਆਪਣੇ ਸੈਪਟਿਕ ਟੈਂਕਸ ਹੁੰਦੇ ਆ ਉਹਨਾਂ ਦੀ ਜੋ ਕਲੀਨਿੰਗ ਹੈਗੀ ਆ ਉਹ ਫਿਲਹਾਲ ਮੈਨੂਅਲੀ ਕੀਤੀ ਜਾਂਦੀ ਹੈ। ਠੀਕ ਆ, ਇੱਕ ਰਿਪੋਰਟ ਵੀ ਸਾਹਮਣੇ ਆਈ ਸੀਗੀ ਪਿਛਲੀ ਕਲਾਸਿਸ ਦੇ ਵਿੱਚ ਆਪਾਂ ਕਵਰ ਵੀ ਕੀਤੀ ਸੀਗੀ ਕਿ ਜੋ ਮੈਕਸੀਮਮ ਸੈਪਟਿਕ ਟੈਂਕਸ ਕਲੀਨਰ ਨੇ ਉਹ SC ST ਕੈਟਾਗਰੀ ਤੋਂ ਬਿਲੋਂਗ ਕਰਦੇ ਨੇ। ਸੋ ਇਹ ਜਦੋਂ ਸੈਪਟਿਕ ਟੈਂਕਸ ਕਲੀਅਰ ਕਰਦੇ ਆ ਮੈਨੂਅਲੀ ਅੰਦਰ ਉਹਦੇ ਵੜ ਕੇ, ਤਾਂ ਬਹੁਤ ਅੰਦਰ ਪੋਇਜ਼ਨਸ ਗੈਸਿਸ ਹੁੰਦੀਆਂ ਬਿਕੋਜ਼ ਉਹਦੇ ਵਿੱਚ ਬਹੁਤ ਜ਼ਿਆਦਾ ਵੇਸਟ ਹੁੰਦਾ ਗਾ, ਜਿਹਦੇ ਕਰਕੇ ਕਿ ਕਈ ਪਰਸਨਸ ਦੀ ਜੋ ਉਹਦੇ ਵਿੱਚ ਡੈਥ ਹੋ ਜਾਂਦੀ ਹੈ। ਠੀਕ ਹੈ, ਉਹ ਇਲਨੈਸ ਹੋ ਜਾਂਦੀ ਹੈ, ਉਹਦੇ ਕਰਕੇ ਡੈਥ ਹੋ ਜਾਂਦੀ ਹੈ। ਸੋ ਇਸ ਚੀਜ਼ ਨੂੰ ਰੋਕਣ ਲਈ ਜੋ ਜੀ ਸਪਾਈਡਰ ਰੋਬੋਟ ਬਣਾਇਆ ਗਿਆ। ਹੁਣ ਜੋ ਇਹ ਟੈਂਕਸ ਹੈਗੇ ਆ ਇਹਨਾਂ ਦੀ ਜੋ ਸਫਾਈ ਹੈਗੀ ਆ ਉਹ ਕੌਣ ਕਰੂਗੇ, ਰੋਬੋਟਸ ਕਰਨਗੇ ਰਾਦਰ ਦੈਨ ਕਿ ਜੋ ਇਨਸਾਨ ਹੈ ਉਹ ਖੁਦ ਉਸ ਸੈਪਟਿਕ ਟੈਂਕਸ ਦੇ ਵਿੱਚ ਜਾ ਕੇ ਉਹਦੀ ਸਫਾਈ ਕਰ ਰਿਹਾ ਹੈਗਾ। ਠੀਕ ਹੈ, ਸੋ ਕਾਫੀ ਵਧੀਆ ਇਨੀਸ਼ੀਏਟਿਵ ਹੈਗਾ। ਇਹ ਬਣਾਇਆ ਕਿੰਨੇ ਆ, ਜੀ ਸਪਾਈਡਰ ਰੋਬੋਟ ਜੈਨ ਰੋਬੋਟਿਕ ਇਨੋਵੇਸ਼ਨ ਨੇ ਇਹਨੂੰ ਬਣਾਇਆ ਗਾ ਐਂਡ ਥਿਰੂਵਨੰਤਪੁਰਮ ਮਿਊਨਿਸਪਲ ਕਾਰਪੋਰੇਸ਼ਨ ਨੇ ਇਸ ਸਿਸਟਮ ਨੂੰ ਡਿਪਲੋਏ ਕੀਤਾ ਗਾ। ਠੀਕ ਹੈ ਜੀ, ਕਨਾਲ ਕਲੀਨਿੰਗ ਲਈ ਇਹ ਯੂਜ਼ ਹੋ ਰਿਹਾ ਹੈਗਾ। ਨੈਕਸਟ ਨਿਊਜ਼ ਇਜ਼ ਚਿਲੀ ਬਿਕੇਮ ਦੀ ਸੈਕਿੰਡ ਕੰਟਰੀ ਗਲੋਬਲੀ ਟੂ ਐਲੀਮੀਨੇਟ ਲੈਪਰੋਸੀ। ਠੀਕ ਹੈ ਜੀ, ਲੈਪਰੋਸੀ ਨੂੰ ਐਲੀਮੀਨੇਟ ਕਰਨ ਵਾਲੀ ਚਿਲੀ ਜੋ ਹੈ ਸੈਕਿੰਡ ਕੰਟਰੀ ਬਣ ਗਈ ਹੈ। ਐਂਡ ਫਸਟ ਕੰਟਰੀ ਕਿਹੜੀ ਸੀਗੀ, ਜੋਰਡਨ, ਜੋ ਕਿ ਸੈਪਟੈਂਬਰ 2024 ਦੇ ਵਿੱਚ ਲੈਪਰੋਸੀ ਫ੍ਰੀ ਡਿਕਲੇਅਰ ਕੀਤੀ ਸੀ ਕਿ WHO ਨੇ। ਠੀਕ ਹੈ, ਲੈਪਰੋਸੀ ਆਪਾਂ ਦੁਬਾਰਾ ਕਵਰ ਨਹੀਂ ਕਰਾਂਗੇ, ਪ੍ਰੀਵੀਅਸ ਕਲਾਸਿਸ ਦੇ ਵਿੱਚ ਆਪਾਂ ਆਲਰੇਡੀ ਕਵਰ ਕਰ ਚੁੱਕੇ ਹਾਂ। ਨੈਕਸਟ ਨਿਊਜ਼ ਇਜ਼ ਖੇਲੋ ਇੰਡੀਆ ਗੇਮਸ ਰਿਲੇਟਿਡ ਨਿਊਜ਼ ਹੈਗੀ ਆ। ਦੀ ਫਸਟ ਐਵਰ ਖੇਲੋ ਇੰਡੀਆ ਟਰਾਈਬਲ ਗੇਮਸ will be held in ਛੱਤੀਸਗੜ੍ਹ from 25th March to 6th April 2026। ਠੀਕ ਹੈ ਜੀ, ਸੋ ਖੇਲੋ ਇੰਡੀਆ ਗੇਮਸ ਬਾਰੇ ਆਪਾਂ ਪੜ੍ਹਦੇ ਆ ਰਹੇ ਹਾਂ ਕਾਫੀ ਲੰਬੇ ਟਾਈਮ ਤੋਂ। 2020 ਦੇ ਵਿੱਚ ਇਹਨਾਂ ਨੂੰ ਇਵੈਂਟ ਆਫ ਨੈਸ਼ਨਲ ਇੰਪੋਰਟੈਂਸ ਵੀ ਡਿਕਲੇਅਰ ਕੀਤਾ ਸੀਗਾ। ਫਸਟ ਐਵਰ ਖੇਲੋ ਇੰਡੀਆ ਟਰਾਈਬਲ ਗੇਮਸ ਜਿਹਦੇ ਵਿੱਚ ਜੋ ਟਰਾਈਬਲ ਪਲੇਅਰਸ ਹੈ ਉਹ ਪਾਰਟੀਸਿਪੇਟ ਕਰਨਗੇ, ਉਹ ਕੰਡਕਟ ਕੀਤੇ ਜਾਣਗੇ ਛੱਤੀਸਗੜ੍ਹ ਦੇ ਵਿੱਚ। ਠੀਕ ਹੈ ਜੀ, ਸਿਰਫ ਇੰਨਾ ਹੀ ਯਾਦ ਰੱਖਣਾ ਹੈ। ਐਂਡ ਜੋ ਖੇਲੋ ਇੰਡੀਆ ਸਕੀਮ ਹੈਗੀ ਆ ਇੱਕ ਸੈਂਟਰਲ ਸੈਕਟਰ ਸਕੀਮ ਹੈ, ਮਤਲਬ ਕਿ 100% ਫੰਡਿੰਗ ਕੌਣ ਦੇ ਰਿਹਾ, ਸੈਂਟਰ ਦੇ ਰਿਹਾ ਗਾ। ਕਿਹੜੀ ਮਿਨਿਸਟਰੀ ਦੇ ਅੰਡਰ ਹੁੰਦੀ ਹੈ, ਮਿਨਿਸਟਰੀ ਆਫ ਯੂਥ ਅਫੇਅਰਸ ਐਂਡ ਸਪੋਰਟਸ ਦੇ ਅੰਡਰ ਹੁੰਦੀ ਹੈ। ਠੀਕ ਹੈ ਜੀ, ਨੈਕਸਟ ਨਿਊਜ਼ ਇਜ਼ NCB ਯਾਨੀ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਬਸਟ ਪੈਨ ਇੰਡੀਆ ਡਾਰਕ ਨੈਟ ਡਰਗ ਨੈਟਵਰਕ ਕਾਲਡ ਟੀਮ ਕਲਕੀ। ਸੋ ਡਾਰਕ ਨੈਟ ਤੇ ਇੱਕ ਟੀਮ ਕਲਕੀ ਕਰਕੇ ਜੋ ਹੈ ਨੈਟਵਰਕ ਬਣਾਇਆ ਗਿਆ ਸੀਗਾ ਜੋ ਕਿ ਡਰਗ ਦੀ ਸਪਲਾਈ, ਇਲੀਗਲੀ ਸਪਲਾਈ, ਬੇਸਿਕਲੀ ਜੋ ਡਾਰਕ ਨੈਟ 'ਤੇ ਕੰਮ ਹੁੰਦੇ ਆ ਉਹ ਇਲੀਗਲ ਹੀ ਹੁੰਦੇ ਸਾਰੇ ਆ। ਵੈਪਨਸ ਦੀ ਟਰੇਡ ਹੋ ਗਿਆ, ਡਰੱਗਸ ਦਾ ਟਰੇਡ ਹੋ ਗਿਆ, ਸਾਰੇ ਡਾਰਕ ਨੈਟ 'ਤੇ ਹੁੰਦੇ ਆ। ਠੀਕ ਹੈ, ਜੋ ਈਜ਼ੀਲੀ ਜਿਨ੍ਹਾਂ ਨੂੰ ਈਜ਼ੀਲੀ ਟਰੈਕ ਨਹੀਂ ਆਪਾਂ ਕਰ ਸਕਦੇ, ਜਿਵੇਂ ਆਪਾਂ ਹੁਣ YouTube 'ਤੇ ਵੀਡੀਓ ਮੈਂ ਪਾ ਰਹੀ ਹਾਂ ਤੁਸੀਂ ਵੇਖ ਰਹੇ ਹੋ, ਇਹ ਡਾਰਕ ਨੈਟ ਨਹੀਂ ਹੈਗਾ। ਡਾਰਕ ਨੈਟ ਬਹੁਤ ਡੀਪ
ਲੇਅਰ ਦੇ ਵਿੱਚ ਜਾ ਕੇ ਆਉਂਦਾ ਹੈ। ਸੋ ਇੱਥੇ ਹੀ ਇਹ ਟੀਮ ਕੰਮ ਕਰਦੀ ਸੀ, ਟੀਮ ਕਲਕੀ ਦੇ ਨਾਮ ਤੋਂ, ਜਿਹਨੂੰ ਰੀਸੈਂਟਲੀ ਬਸਟ ਕੀਤਾ ਆਪਣੀ NCB ਨੇ। ਨੈਕਸਟ ਇਜ਼ ਰਿਲੇਟਡ ਟੂ ਈਰਾਨ ਨਿਊਜ਼ ਹੈਗੀ ਆ। 2 ਆਈਲੈਂਡ ਇਹਦੇ ਵਿੱਚ ਮੈਂਸ਼ਨ ਨੇ, ਖਰਗ ਐਂਡ ਕੇਸ਼ਮ ਆਈਲੈਂਡ। ਦੋਵਾਂ ਦੀ ਲੋਕੇਸ਼ਨ ਇੰਪੋਰਟੈਂਟ ਹੈ, ਕਿੱਥੇ ਲਾਈ ਕਰਦੇ ਨੇ, ਈਰਾਨ ਦੇ ਵਿੱਚ ਲਾਈ ਕਰਦੇ ਨੇ। ਠੀਕ ਹੈ ਜੀ, ਇੱਥੇ ਤੁਸੀਂ ਵੇਖ ਸਕਦੇ ਹੋ ਕੇਸ਼ਮ ਆਈਲੈਂਡ ਹੈਗਾ। ਇਹ ਕੇਸ਼ਮ ਆਈਲੈਂਡ ਬਿਲਕੁਲ ਈਰਾਨ ਦੀ ਕੋਸਟ ਹੈਗੀ, ਇਹਦੇ ਪੈਰਲਲ ਲਾਈ ਕਰਦਾ ਗਾ। ਐਂਡ ਇਹਨੂੰ ਅਲੱਗ ਕੌਣ ਕਰ ਰਿਹਾ ਹੈ ਈਰਾਨ ਦੀ ਕੋਸਟ ਲਾਈਨ ਤੋਂ? ਕਲੈਰੈਂਸ ਸਟ੍ਰੇਟ। ਇਹ ਵੀ ਇੰਪੋਰਟੈਂਟ ਹੈ, ਯਾਦ ਰੱਖਿਓ। ਠੀਕ ਹੈ ਜੀ, ਨਿਊਜ਼ ਦੇ ਵਿੱਚ ਕਿਉਂ ਸੀਗੇ? ਬਿਕੋਜ਼ ਜੋ ਕੇਸ਼ਮ ਆਈਲੈਂਡ ਹੈਗਾ, ਇੱਥੇ ਡੀਸੈਲੀਨੇਸ਼ਨ ਪਲਾਂਟ ਸੀਗਾ ਈਰਾਨ ਦਾ, ਜਿਹਦੇ 'ਤੇ ਇਜ਼ਰਾਈਲ ਨੇ ਅਟੈਕ ਕੀਤਾ। ਡੀਸੈਲੀਨੇਸ਼ਨ ਪਲਾਂਟ ਕੀ ਕਰਦਾ ਹੈ? ਬੇਸਿਕਲੀ ਵਾਟਰ ਨੂੰ ਪਿਊਰੀਫਾਈ ਕਰਨ ਦਾ ਕੰਮ ਕਰਦਾ ਹੈ। ਠੀਕ ਹੈ, ਉਸ ਤੇ ਅਟੈਕ ਕੀਤਾ ਗਿਆ। ਐਂਡ ਖਰਗ ਆਈਲੈਂਡ ਕਿਉਂ ਨਿਊਜ਼ ਦੇ ਵਿੱਚ ਮੈਂਸ਼ਨ ਸੀਗਾ ਕਿ ਇਹਦੇ 'ਚ ਓਇਲ ਰਿਜ਼ਰਵਸ ਕਾਫੀ ਨੇ ਈਰਾਨ ਦੇ। ਸੋ ਇਸ ਏਰੀਆ 'ਤੇ US ਜੋ ਆਪਣਾ ਕੰਟਰੋਲ ਚਾਹੁੰਦਾ, ਇਸ ਕਰਕੇ ਨਿਊਜ਼ ਦੇ ਵਿੱਚ ਸੀਗਾ। ਠੀਕ ਹੈ ਜੀ, ਸੋ ਦੋਵੇਂ ਆਈਲੈਂਡ ਇੰਪੋਰਟੈਂਟ ਹੈ, ਯਾਦ ਰੱਖਿਓ। ਨੈਕਸਟ ਇਜ਼ ਸਵਾਇਤ ਇਨੀਸ਼ੀਏਟਿਵ। ਸਵਾਇਤ ਇਨੀਸ਼ੀਏਟਿਵ ਤੋਂ ਪਹਿਲੇ ਦੀ ਆਪਾਂ ਫੁੱਲ ਫਾਰਮ ਵੇਖ ਲੈਂਦੇ ਹਾਂ। ਸਟਾਰਟਅਪਸ ਵੀਮੈਨ ਐਂਡ ਯੂਥ ਐਡਵਾਂਟੇਜ ਥਰੂ ਟ੍ਰਾਂਜੈਕਸ਼ਨ, ਇਹਦੀ ਫੁੱਲ ਫਾਰਮ ਹੈਗੀ ਆ। ਇਹਨੂੰ ਲਾਂਚ ਕੀਤਾ ਸੀਗਾ 2019 ਦੇ ਵਿੱਚ ਗੌਰਮੈਂਟ ਮਾਰਕੀਟ ਪਲੇਸ ਨੇ ਇਹਨੂੰ ਲਾਂਚ ਕੀਤਾ ਸੀਗਾ। ਇਹਦਾ ਪਰਪਸ ਕੀ ਹੈਗਾ? ਬੇਸਿਕਲੀ ਦੇਖੋ, ਗੌਰਮੈਂਟ ਮਾਰਕੀਟ ਪਲੇਸ ਕੀ ਹੈਗਾ ਕਿ ਕੋਈ ਵੀ ਮਿਨਿਸਟਰੀ ਹੈਗੀ ਆ ਗੌਰਮੈਂਟ ਦੀ, ਕੋਈ ਡਿਪਾਰਟਮੈਂਟ ਹੈਗਾ ਜਾਂ ਕੋਈ ਇਹਨਾਂ ਦੀ ਪਬਲਿਕ ਸੈਕਟਰ ਐਂਟਰਪ੍ਰਾਈਜ਼ਸ ਹੈਗੀ ਆ, ਜਦੋਂ ਇਹਨਾਂ ਨੂੰ ਕਿਸੇ ਸਮਾਨ ਦੀ ਗੁੱਡਸ ਐਂਡ ਸਰਵਿਸਿਜ਼ ਦੀ ਲੋੜ ਪੈਂਦੀ ਹੈ ਤਾਂ ਇਹ ਕਿਤੇ ਨਾ ਕਿਤੇ ਤਾਂ ਜਾਣਗੇ ਮਾਰਕੀਟ ਦੇ ਵਿੱਚ। ਸੋ ਉਹਦੇ ਲਈ ਇੱਕ ਪੋਰਟਲ ਬਣਾਇਆ ਹੋਇਆ ਗੌਰਮੈਂਟ ਮਾਰਕੀਟ ਪਲੇਸ। ਸੋ ਜੋ ਵੀ ਪ੍ਰੋਕਿਊਰਮੈਂਟ ਕਰਨੀ ਹੁੰਦੀ ਹੈ ਕੈਪੀਟਲ ਗੁੱਡਸ ਵਗੈਰਾ ਦੀ, ਇਹ ਇਸ ਪੋਰਟਲ 'ਤੇ ਜਾ ਕੇ ਗੌਰਮੈਂਟ ਮਾਰਕੀਟ ਪਲੇਸ ਪੋਰਟਲ 'ਤੇ ਜਾ ਕੇ ਆਪਣੀ ਪ੍ਰੋਕਿਊਰਮੈਂਟ ਕਰ ਲੈਂਦੇ ਆ। ਠੀਕ ਹੈ, ਉਸੇ ਦੇ ਅੰਡਰ ਇਹ ਸਵਾਇਤ ਇਨੀਸ਼ੀਏਟਿਵ ਬਣਾਇਆ ਗਿਆ ਤਾਂ ਕਿ ਜੋ ਸਟਾਰਟਅਪਸ ਹੈਗੇ ਆ, ਵੂਮੈਨਸ ਹੈਗੇ ਆ ਜਾਂ ਫਿਰ ਯੂਥ ਹੈਗਾ, ਇਹਨਾਂ ਦੇ ਜੋ ਵੀ ਪ੍ਰੋਡਕਟਸ ਹੈ ਇਸ ਪੋਰਟਲ 'ਤੇ ਆਉਣ ਅਤੇ ਇਹਨਾਂ ਦੀ ਡਾਇਰੈਕਟ ਪ੍ਰੋਕਿਊਰਮੈਂਟ ਜੋ ਹੈ ਉਹ ਗੌਰਮੈਂਟ ਕਰ ਸਕੇ। ਠੀਕ ਹੈ ਜੀ, ਸੋ ਆਪਾਂ ਦੇਖ ਲੈਂਦੇ ਇਹਨੂੰ ਇੱਕ ਵਾਰ। It democratizes government procurement by enabling startups, women entrepreneurs, youth, MSCs to directly participate in the public procurement ecosystem through government marketplace. So ਇਸ ਮਾਰਕੀਟ-ਪਲੇਸ 'ਤੇ ਜਾ ਕੇ, ਇਸ ਪੋਰਟਲ 'ਤੇ ਜਾ ਕੇ, ਸਪੋਜ਼ ਕਰੋ ਤੁਹਾਡਾ ਕੋਈ ਸਟਾਰਟਅਪ ਹੈਗਾ, ਤੁਸੀਂ ਕੋਈ ਪ੍ਰੋਡਕਟ ਬਣਾਇਆਗਾ, ਇਸ 'ਤੇ ਜਾ ਕੇ ਤੁਸੀਂ ਇਹਨੂੰ ਰੱਖ ਸਕਦੇ ਹੋ ਐਂਡ ਡਾਇਰੈਕਟਲੀ ਜੋ ਗਵਰਨਮੈਂਟ ਉਹਨੂੰ ਪਰਚੇਜ਼ ਕਰੂਗੀ। ਠੀਕ ਹੈ ਜੀ, ਐਂਡ ਦਾ ਇਨੀਸ਼ੀਏਟਿਵ ਫੋਕਸ ਔਨ ਐਡਰੈਸਿੰਗ 3 critical challenges often faced by emerging enterprises, that is access to market, access to finance and access to value addition. So ਇਹ ਜੋ 3 critical issues ਜੋ ਕੋਈ ਵੀ ਸਟਾਰਟਅਪ ਜੋ ਹੈ ਜਦੋਂ ਸਟਾਰਟਿੰਗ ਹੁੰਦੀ ਹੈ ਉਸ ਟਾਈਮ 'ਤੇ ਫੇਸ ਕਰਦਾ ਗਾ ਕਿ ਮਾਰਕੀਟ ਐਕਸੈਸ ਨਹੀਂ ਹੁੰਦਾ, ਪ੍ਰੋਡਕਟ ਤਾਂ ਬਣ ਜਾਂਦਾ ਬਟ ਸਮਾਨ ਵਿਕਦਾ ਨਹੀਂ ਹੈਗਾ, ਫਾਈਨੈਂਸ ਨਹੀਂ ਮਿਲ ਪਾਉਂਦਾ ਉਹਨੂੰ, ਠੀਕ ਹੈ, ਫੰਡਸ ਨਹੀਂ ਮਿਲ ਪਾਉਂਦੇ ਐਂਡ ਵੈਲਿਊ ਐਡੀਸ਼ਨ ਨਹੀਂ ਉਹ ਕਰ ਪਾਉਂਦਾ ਗਾ। ਸੋ ਇਹ ਤਿੰਨੋਂ ਇਸ਼ੂਜ਼ ਜੋ ਹੈ ਇਸ ਪੋਰਟਲ 'ਤੇ ਜਾ ਕੇ ਜੋ ਹੈ ਸੋਲਵ ਹੋ ਜਾਂਦੇ ਨੇ। ਨੈਕਸਟ ਇਜ਼ ਗੌਰਮੈਂਟ ਮਾਰਕੀਟ ਪਲੇਸ ਬਾਰੇ ਆਪਾਂ ਦੇਖ ਲੈਂਦੇ ਹਾਂ। ਗੌਰਮੈਂਟ ਮਾਰਕੀਟ ਪਲੇਸ ਜੋ ਹੈਗਾ ਡਿਵੈਲਪ ਕਿਹਨੇ ਕੀਤਾ ਸੀਗਾ? ਡਾਇਰੈਕਟੋਰੇਟ ਜਨਰਲ ਆਫ ਸਪਲਾਈਜ਼ ਐਂਡ ਡਿਸਪੋਜ਼ਲ ਨੇ ਇਹਨੂੰ ਡਿਵੈਲਪ ਕੀਤਾ ਸੀਗਾ। ਕਿਹੜੀ ਮਿਨਿਸਟਰੀ ਦੇ ਅੰਡਰ ਹੁੰਦਾ ਹੈ? ਕਿਉਂਕਿ ਇਹਦੇ ਵਿੱਚ ਕੀ ਹੋ ਰਿਹਾ ਹੈਗਾ, ਪ੍ਰੋਕਿਊਰਮੈਂਟ ਹੋ ਰਹੀ ਹੈ ਗੁੱਡਸ ਦੀ। ਸੋ ਇਹ ਮਿਨਿਸਟਰੀ ਆਫ ਕਾਮਰਸ ਐਂਡ ਇੰਡਸਟਰੀ ਦੇ ਵਿੱਚ ਆਊਗਾ। 2016 ਦੇ ਵਿੱਚ ਇਹਨੂੰ ਬਣਾਇਆ ਗਿਆ ਸੀਗਾ। It facilitates the procurement of goods and services by government ministry, department and PSU। ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਕਿ ਜੋ ਵੀ ਗਵਰਨਮੈਂਟ ਮਿਨਿਸਟਰੀਜ਼ ਨੇ, ਡਿਪਾਰਟਮੈਂਟਸ ਨੇ, ਕੁਝ ਵੀ ਚੀਜ਼ ਲੈਣੀ ਹੁੰਦੀ ਹੈ, ਕੋਈ ਗੁੱਡਸ ਲੈਣੇ ਹੁੰਦੇ ਆ, ਸਰਵਿਸਿਜ਼ ਲੈਣੀ ਹੁੰਦੀ ਹੈ, ਤਾਂ ਡਾਇਰੈਕਟਲੀ ਇਸ ਪੋਰਟਲ 'ਤੇ ਜਾ ਕੇ ਜੋ ਹੈ ਉਹ ਸਰਵਿਸਿਜ਼ ਲੈ ਸਕਦਾ ਹੈ। ਨੈਕਸਟ ਇਜ਼ ਰਿਲੇਟਡ ਟੂ ਇੰਪੋਰਟੈਂਟ ਡੇ। ਸੋ 10th of March ਨੂੰ CISF ਰੇਜ਼ਿੰਗ ਡੇ ਜੋ ਹੈ ਉਹ ਮਨਾਇਆ ਜਾਂਦਾ ਗਾ। CISF ਬਾਰੇ ਆਪਾਂ ਦੇਖ ਲੈਂਦੇ ਹਾਂ। ਫੁੱਲ ਫਾਰਮ ਇਹਦੀ ਕੀ ਹੈਗੀ? ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ, ਜਿਹਨੂੰ ਕਿ 1969 ਦੇ ਵਿੱਚ ਇਸਟੈਬਲਿਸ਼ ਕੀਤਾ ਗਿਆ ਸੀਗਾ ਔਨ ਦਾ ਰਿਕਮੈਂਡੇਸ਼ਨ ਆਫ ਜਸਟਿਸ ਮੁਖਰਜੀ ਕਮਿਸ਼ਨ। ਠੀਕ ਹੈ ਜੀ, ਸੋ ਇੱਕ ਪਲੇਸ 'ਤੇ ਜੋ ਅੱਗ ਲੱਗਿਆ, ਫਾਇਰ ਜੋ ਹੈ ਇਰਪਟ ਹੋ ਗਈ ਸੀਗੀ, ਉਸ ਟਾਈਮ 'ਤੇ ਇੰਡਸਟਰੀਜ਼ ਨੂੰ ਪ੍ਰੋਟੈਕਟ ਕਰਨ ਲਈ, ਨਾਮ ਤੋਂ ਹੀ ਕਲੀਅਰ ਹੈ, ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ। ਸੋ ਇੰਡਸਟਰੀਜ਼ ਨੂੰ ਪ੍ਰੋਟੈਕਟ ਕਰਨ ਲਈ ਜੋ 1969 ਦੇ ਵਿੱਚ ਜਸਟਿਸ ਮੁਖਰਜੀ ਕਮਿਸ਼ਨ ਦੀ ਰਿਕਮੈਂਡੇਸ਼ਨ 'ਤੇ CISF ਨੂੰ ਬਣਾਇਆ ਗਿਆ ਸੀਗਾ। ਐਂਡ ਕਿਹੜੀ ਮਿਨਿਸਟਰੀ ਦੇ ਅੰਡਰ ਕੰਮ ਕਰਦੀ ਹੈ? ਯੂਨੀਅਨ ਮਿਨਿਸਟਰੀ ਆਫ ਹੋਮ ਅਫੇਅਰਸ। ਠੀਕ ਹੈ ਜੀ, ਯਾਦ ਰੱਖਿਓ। ਨੈਕਸਟ ਨਿਊਜ਼ ਇਜ਼ ਰਿਲੇਟਡ ਟੂ LABL 2.0। ਸੋ ਵਟ ਇਜ਼ ਦਿਸ? ਆਪਾਂ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਫੁੱਲ ਫਾਰਮ ਕੀ ਹੈਗੀ ਹੈ LABL ਦੀ? ਲਾਈਟਿੰਗ ਅ ਬਿਲੀਅਨ ਲਾਈਵਸ। ਠੀਕ ਹੈ ਜੀ, ਇਹ ਰੀਸੈਂਟਲੀ ਲਾਂਚ ਕੀਤਾ ਗਾ ਕਿਨੇ? ਦਾ ਐਨਰਜੀ ਐਂਡ ਰਿਸੋਰਸਿਸ ਇੰਸਟੀਟਿਊਟ ਨੇ। ਕਿੱਥੇ ਲਾਂਚ ਕੀਤਾ ਗਿਆ? ਨਿਊ ਦਿੱਲੀ ਦੇ ਵਿੱਚ ਲਾਂਚ ਕੀਤਾ ਗਿਆ। ਪਰਪਸ ਕੀ ਹੈਗਾ? ਟੂ ਐਕਸਪੈਂਡ ਡੀਸੈਂਟਰਲਾਈਜ਼ਡ ਰੀਨਿਊਏਬਲ ਐਨਰਜੀ ਸੋਲਿਊਸ਼ਨਸ ਅਕਰੋਸ ਇੰਡੀਆ। ਠੀਕ ਹੈ ਜੀ, ਸੋ ਰੀਨਿਊਏਬਲ ਐਨਰਜੀ, ਕਿਉਂਕਿ ਇੰਡੀਆ ਜੋ ਹੈ ਉਹ ਰੀਨਿਊਏਬਲ ਐਨਰਜੀ ਦੇ ਵੱਲ ਜਾ ਰਿਹਾ ਗਾ ਹੁਣ।
ਰੀਨਿਊਏਬਲ એનર્ਜੀ ਨੂੰ ਡੀਸੈਂਟਰਲਾਈਜ਼ ਕੀਤਾ ਜਾਵੇ, ਯਾਨੀ ਕਿ ਕੁਝ ਇੱਕ ਕੰਪਨੀਜ਼ ਦੀ ਮੋਨੋਪਲੀ ਨਾ ਹੋਵੇ ਕਿ ਉਹੀ ਰੀਨਿਊਏਬਲ એનર્ਜੀ ਬਣਾ ਰਹੀ ਹੈ, ਸੋਲਰ એનર્ਜੀ ਬਣਾ ਰਿਹਾ, ਫਿਰ ਵਿੰਡ એનર્ਜੀ ਬਣਾ ਰਿਹਾ। ਸੋ ਇਸ ਚੀਜ਼ ਨੂੰ ਡੀਸੈਂਟਰਲਾਈਜ਼ ਕੀਤਾ ਜਾਵੇ, ਇਹਦੇ ਲਈ ਇਹ ਇਨੀਸ਼ੀਏਟਿਵ ਲੈ ਕੇ ਆਇਆ ਜਾ ਰਿਹਾ ਹੈਗਾ LABL, ਯਾਨੀ ਕਿ ਲਾਈਟਿੰਗ ਅ ਬਿਲੀਅਨ ਲਾਈਫਸ 2.0। ਠੀਕ ਹੈ ਜੀ, ਯਾਦ ਰੱਖਿਓ। ਨੈਕਸਟ ਨਿਊਜ਼ ਇਜ਼ ਰਿਲੇਟਿਡ ਟੂ ਟਾਈਗਰ ਰਿਜ਼ਰਵ। ਦੁਧਵਾ ਟਾਈਗਰ ਰਿਜ਼ਰਵ ਨਿਊਜ਼ ਦੇ ਵਿੱਚ ਮੈਂਸ਼ਨ ਸੀਗਾ। ਸੋ ਇਹਦੀ ਲੋਕੇਸ਼ਨ ਕਿੱਥੇ ਹੈ? ਯੂਪੀ ਦੇ ਵਿੱਚ ਲਾਈ ਕਰਦਾ ਹੈਗਾ, ਇੰਪੋਰਟੈਂਟ ਹੈ, ਯਾਦ ਰੱਖਿਓ। ਇਸ ਤੋਂ ਬਾਅਦ ਨਿਊਜ਼ ਨੰਬਰ 25 ਇਜ਼ WTO's 14th ਮਿਨਿਸਟਰਲ ਕਾਨਫਰੰਸ ਵਿਲ ਹੈਲਡ ਇਨ ਯਾਉਂਡੇ ਕੈਮਰੂਨ। ਸੋ WTO ਦੀ 40th ਜੋ ਮਿਨਿਸਟਰਲ ਕਾਨਫਰੰਸ ਹੈ ਉਹ ਕਿੱਥੇ ਹੋਣ ਜਾ ਰਹੀ ਹੈ? ਯੂਆਂਡੇ ਕੈਮਰੂਨ ਦੇ ਵਿੱਚ ਹੋਣ ਜਾ ਰਹੀ ਹੈ, ਇੰਪੋਰਟੈਂਟ ਹੈ, ਯਾਦ ਰੱਖਿਓ। WTO ਜੋ ਹੈ 1995 ਦੇ ਵਿੱਚ ਬਣਾਇਆ ਗਿਆ ਸੀਗਾ ਅੰਡਰ ਮਾਰਾਕੇਸ਼ ਐਗਰੀਮੈਂਟ। ਠੀਕ ਹੈ ਜੀ, 1994 ਦੇ ਵਿੱਚ ਮਾਰਾਕੇਸ਼ ਐਗਰੀਮੈਂਟ ਹੋਇਆ, ਜਿਹਦੇ ਵਿੱਚ ਇਹ ਡਿਸਾਈਡ ਹੋਇਆ ਸੀ ਕਿ ਆਪਾਂ WTO ਬਣਾਵਾਂਗੇ ਕਿਹਨੂੰ ਰਿਪਲੇਸ ਕਰਕੇ? ਗੈਟ ਨੂੰ ਰਿਪਲੇਸ ਕਰਕੇ। ਪਹਿਲਾਂ 1948 ਦੇ ਵਿੱਚ ਗੈਟ ਦੀ ਫੋਰਮੇਸ਼ਨ ਹੋਈ ਸੀਗੀ। ਗੈਟ ਕੀ ਸੀਗਾ? ਜਨਰਲ ਐਗਰੀਮੈਂਟ ਔਨ ਟ੍ਰੇਡ ਐਂਡ ਟੈਰਿਫ। ਇਹਨੂੰ ਰਿਪਲੇਸ ਕਰਕੇ ਜੋ ਆਪਾਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਬਣਾਈ 1995 ਦੇ ਵਿੱਚ, ਐਂਡ ਇਹਦਾ ਹੈੱਡਕੁਆਰਟਰ ਕਿੱਥੇ ਹੈਗਾ? ਜੈਨੇਵਾ, ਸਵਿਟਜ਼ਰਲੈਂਡ ਦੇ ਵਿੱਚ। ਐਂਡ ਇਹਦੀ ਜੋ ਫਸਟ ਮਿਨਿਸਟਰ ਕਾਨਫਰੰਸ ਹੋਈ ਸੀ ਬਣਨ ਤੋਂ ਬਾਅਦ, ਉਹ ਹੋਈ ਸੀਗੀ 1996 ਦੇ ਵਿੱਚ ਸਿੰਗਾਪੁਰ ਦੇ ਵਿੱਚ। ਠੀਕ ਹੈ, ਸੋ WTO ਬਾਰੇ ਇਹ ਕੁਝ ਇੰਪੋਰਟੈਂਟ ਇਨਫੋਰਮੇਸ਼ਨ ਸੀਗੀ, ਤੁਸੀਂ ਯਾਦ ਰੱਖਿਓ। Next news is news number 26. It is related to Ahar International Food and Hospitality Fair 2026. So ਇਸ ਨਿਊਜ਼ ਦੇ ਵੀ ਤੁਸੀਂ ਯਾਦ ਕੀ ਰੱਖਣਾ ਹੈ ਕਿ ਜੋ ਫੂਡ ਐਂਡ ਹੋਸਪਿਟੈਲਿਟੀ ਫੇਅਰ ਹੈਗਾ ਉਹ ਕਿੱਥੇ ਲੱਗਿਆ ਸੀਗਾ? ਨਿਊ ਦਿੱਲੀ ਦੇ ਵਿੱਚ। ਠੀਕ ਹੈ ਜੀ, ਐਂਡ ਆਰਗੇਨਾਈਜ਼ ਕਿੰਨੇ ਕਰਾਇਆ ਸੀਗਾ? ਇੰਡੀਆ ਟ੍ਰੇਡ ਪ੍ਰਮੋਸ਼ਨ ਆਰਗੇਨਾਈਜੇਸ਼ਨ, ਯਾਨੀ ਕਿ ITPO ਨੇ। ਐਂਡ ਇਸ ਫੇਅਰ ਦੇ ਵਿੱਚ ਆਪਣੀ ਇਟਲੀ ਜੋ ਹੈ ਪਾਰਟਨਰ ਕੰਟਰੀ ਰਹੀ ਸੀਗੀ। ਨੈਕਸਟ ਨਿਊਜ਼ ਇਜ਼ ਰਿਲੇਟਿਡ ਟੂ ਲੇਕ ਮੈਂਸ਼ਨ ਸੀਗੀ ਨਿਊਜ਼ ਦੇ ਵਿੱਚ। ਗੁਰੂ ਡੋਂਗਮਾਰ ਐਂਡ ਲੋਨਾਕ ਲੇਕ, ਦੋਵੇਂ ਲੇਕ ਸਿੱਕਿਮ ਦੇ ਵਿੱਚ ਲਾਈ ਕਰਦੀ ਹੈ, ਲੋਕੇਸ਼ਨ ਇੰਪੋਰਟੈਂਟ ਹੈ, ਯਾਦ ਰੱਖਿਓ। ਨੈਕਸਟ ਨਿਊਜ਼ ਇਜ਼ ਰਿਲੇਟਿਡ ਟੂ ਦੀ ਇੰਡੀਆ ਡਿਸਪੈਚਿਸ 1000 ਟਨਸ ਆਫ ਰਾਈਸ ਟੂ ਡਰੋਟ ਸਟ੍ਰਾਈਵਨ ਮਲਾਵੀ। ਸੋ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਮਲਾਵੀ ਕਿੱਥੇ ਹੈ। ਮਲਾਵੀ ਜੋ ਹੈ ਅਫਰੀਕਨ ਕੰਟੀਨੈਂਟ ਦੀ ਇੱਕ ਕੰਟਰੀ ਹੈਗੀ ਆ, ਜੋ ਕਿ ਲੈਂਡਲੌਕ ਕੰਟਰੀ ਹੈ, ਮਤਲਬ ਕਿ ਸੀ ਦਾ ਕੋਈ ਐਕਸੈਸ ਨਹੀਂ ਹੈਗਾ। ਜਿਹਦੇ ਵਿੱਚ ਆਪਾਂ ਵੇਖੀਏ ਕਿ ਜੋ ਨੇਬਰਿੰਗ ਕੰਟਰੀਜ਼ ਉਹ ਕਿਹੜੀਆਂ? ਤੰਜਾਨੀਆ, ਮੋਜ਼ੈਂਬਿਕ, ਇੱਕ ਸਾਈਡ ਤੋਂ ਤੰਜਾਨੀਆ ਬੋਰਡਰ ਕਰਦੇ, ਇੱਕ ਸਾਈਡ ਤੋਂ ਮੋਜ਼ੈਂਬਿਕ, ਐਂਡ ਇੱਕ ਸਾਈਡ ਤੋਂ ਜ਼ੈਂਬੀਆ। ਸੋ ਸੀ ਦਾ ਕੋਈ ਐਕਸੈਸ ਨਹੀਂ ਹੈਗਾ, ਪੂਰੀ ਲੈਂਡਲੌਕ ਕੰਟਰੀ ਹੈ। ਐਂਡ ਇਹਦੇ ਵਿੱਚ ਇੱਕ ਬਹੁਤ ਹੀ ਇੰਪੋਰਟੈਂਟ ਲੇਕ ਹੈਗੀ ਹੈ, ਦੈਟ ਇਜ਼ ਲੇਕ ਨਿਆਸਾ। ਇਹ ਜ਼ਰੂਰ ਯਾਦ ਰੱਖੋ ਕਿ ਲੇਕ ਨਿਆਸਾ ਕਿਹੜੀ ਕੰਟਰੀ ਦੇ ਵਿੱਚ ਲਾਈ ਕਰਦੀ ਹੈ? ਮਲਾਵੀ ਦੇ ਵਿੱਚ। ਠੀਕ ਹੈ ਜੀ, ਸੋ ਇੱਥੇ ਜੋ ਹੈ ਸੂਖਾ ਪੜ ਰਿਹਾ ਹੈ, ਇਸ ਕਰਕੇ ਇੰਡੀਆ ਨੇ 1000 ਟਨ ਆਫ ਰਾਈਸ ਦੀ ਨੂੰ ਜੋ ਹੈ ਡਿਸਪੈਚ ਕੀਤਾ ਗਾ। ਨੈਕਸਟ ਨਿਊਜ਼ ਇਜ਼ ਗੁਲਿਸਤਾਨ ਪੈਲੇਸ। ਇਹ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਸੀਗੀ ਤਹਿਰਾਨ ਦੇ ਵਿੱਚ, ਜਿਹਦੇ 'ਤੇ ਅਟੈਕ ਹੋਇਆ ਐਂਡ ਕਾਫੀ ਜ਼ਿਆਦਾ ਡੈਮੇਜ ਜੋ ਹੈ ਇਸ ਸਾਈਟ ਨੂੰ ਵੇਖਣ ਨੂੰ ਮਿਲਿਆ। ਠੀਕ ਹੈ ਜੀ, ਸੋ ਆਪਣੇ ਲਈ ਇੰਪੋਰਟੈਂਟ ਕੀ ਹੈਗਾ ਕਿ ਗੁਲਿਸਤਾਨ ਪੈਲੇਸ ਕਿਹੜੀ ਕੰਟਰੀ ਦੇ ਵਿੱਚ ਲਾਈ ਕਰਦਾ? ਈਰਾਨ ਦੇ ਵਿੱਚ ਲਾਈ ਕਰਦਾ। ਐਂਡ ਇੰਪੋਰਟੈਂਟ ਕਿਉਂ ਹੈ? ਬਿਕੋਜ਼ ਇਹ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਸੀਗੀ, ਜਿਹਦੇ ਵਿੱਚ ਕਾਫੀ ਜ਼ਿਆਦਾ ਡੈਮੇਜ ਵੇਖਣ ਨੂੰ ਮਿਲਿਆ। ਨੈਕਸਟ ਇਜ਼ ਰਿਲੇਟਿਡ ਟੂ ਡਿਫੈਂਸ ਨਿਊਜ਼, ਅਗੇਨ ਵਾਰ ਤੋਂ ਰਿਲੇਟਿਡ ਨਿਊਜ਼ ਹੈਗੀ ਆ। ਸੋ US ਨੇ ਮਾਈਨਿਊਟਮੈਨ 3, ਜਿਹਨੂੰ ਡੂਮਸਡੇ ਮਿਸਾਈਲ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਗਾ, ਇਹਦਾ ਟੈਸਟ ਫਾਇਰ ਕੀਤਾ ਗਾ। ਐਂਡ ਇਟ ਇਜ਼ ਅ ਇੰਟਰਕੰਟੀਨੈਂਟਲ ਬੈਲਿਸਟਿਕ ਮਿਸਾਈਲ। ਇੰਟਰਕੰਟੀਨੈਂਟਲ ਬੈਲਿਸਟਿਕ ਮਿਸਾਈਲਸ ਕਿਹੜੀ ਹੁੰਦੀਆਂ? ਜੋ ਕੰਟੀਨੈਂਟ ਟੂ ਕੰਟੀਨੈਂਟ ਵਾਰ ਕਰ ਸਕਦੀਆਂ, ਮਤਲਬ ਕਿ ਇਹਨਾਂ ਦੀ ਰੇਂਜ ਬਹੁਤ ਜ਼ਿਆਦਾ ਹੋਊਗੀ। ਜਿਵੇਂ ਅਮਰੀਕਾ ਤੋਂ ਅਫਰੀਕਾ ਆ ਸਕਦੀ ਹੈ, ਅਮਰੀਕਾ ਤੋਂ ਮਿਡਲ ਈਸਟ ਦੇ ਵਿੱਚ ਆ ਸਕਦੀ। ਸੋ ਇੰਟਰਕੰਟੀਨੈਂਟਲ ਬੈਲਿਸਟਿਕ ਮਿਸਾਈਲ ਉਹ ਹੁੰਦੀ ਹੈ ਜਿਨ੍ਹਾਂ ਦੀ ਰੇਂਜ ਬਹੁਤ ਜ਼ਿਆਦਾ ਹੁੰਦੀ ਹੈ। ਠੀਕ ਹੈ ਜੀ, ਐਂਡ ਦਿਸ ਮਿਸਾਈਲ ਇਜ਼ ਕੈਪੇਬਲ ਆਫ ਕੈਰਿੰਗ ਨਿਊਕਲੀਅਰ ਵਾਰਹੈਡ। ਠੀਕ ਹੈ ਜੀ, ਐਂਡ ਰੀਸੈਂਟਲੀ ਇਹਦਾ ਟੈਸਟ ਕੀਤਾ ਗਾ US ਨੇ। ਐਂਡ ਇਹਨੂੰ ਡੂਮਸਡੇ ਮਿਸਾਈਲ ਕਿਉਂ ਕਹਿੰਦੇ ਆ? ਬਿਕੋਜ਼ ਇਹਦਾ ਟੈਸਟ ਦਾ ਮਤਲਬ ਹੈਗਾ ਕਿ ਕਿਤੇ ਨਾ ਕਿਤੇ ਨਿਊਕਲੀਅਰ ਵਾਰ ਦੀ ਜਾਂ ਤਾਂ ਥ੍ਰੈਟਨ ਕਰਨ ਲਈ US ਇੱਦਾਂ ਕਰ ਰਿਹਾ ਕਿ ਅਸੀਂ ਨਿਊਕਲੀਅਰ ਵੈਪਨ ਦਾ ਯੂਜ਼ ਕਰ ਸਕਦੇ ਹਾਂ, ਜਾਂ ਫਿਰ ਜਦੋਂ ਹਿਰੋਸ਼ੀਮਾ ਨਾਗਾਸਾਕੀ 'ਤੇ ਹੋਇਆ ਸੀਗਾ ਉਸ ਟਾਈਮ 'ਤੇ ਵੀ ਇਹਨੂੰ ਵੇਖਿਆ ਗਿਆ ਸੀਗਾ, ਇਸ ਕਰਕੇ ਇਹਨੂੰ ਡੂਮਸਡੇ ਮਿਸਾਈਲ ਆਪਾਂ ਕਹਿ ਦਿੰਦੇ ਹਾਂ। ਠੀਕ ਹੈ ਜੀ, ਨੈਕਸਟ ਨਿਊਜ਼ ਇਜ਼ ਰਿਲੇਟਿਡ ਟੂ ਅਨਾਵਰਨ ਪੋਰਟਲ। ਅਨਾਵਰਨ ਪੋਰਟਲ ਜੋ ਹੈਗਾ ਉਹ ਰੀਸੈਂਟਲੀ ਫੋਰੈਸਟ ਸਰਵੇ ਆਫ ਇੰਡੀਆ ਨੇ ਬੰਦ ਕਰਤਾ। ਅਨਾਵਰਨ ਪੋਰਟਲ ਦਾ ਕੰਮ ਕੀ ਸੀਗਾ ਕਿ ਕਿਤੇ ਵੀ ਡੀਫੋਰੈਸਟੇਸ਼ਨ ਹੋ ਰਹੀ ਹੈ, ਯਾਨੀ ਕਿ ਪੇੜ ਕਾਟੇ ਜਾ ਰਹੇ ਆ, ਤਾਂ ਉਹਦੀ ਮੋਨੀਟਰਿੰਗ ਕਰਦਾ ਸੀਗਾ ਵੀ ਕਿੰਨੇ ਪੇੜ ਜੋ ਹੈ ਕੱਟ ਚੁੱਕੇ ਆ, ਅਤੇ ਉਹਦੇ ਲਈ ਫਿਰ ਪ੍ਰੀਵੈਂਟਿਵ ਮੈਜ਼ਰਸ ਲੈ ਕੇ ਆਉਂਦਾ ਸੀਗਾ। ਠੀਕ ਹੈ, ਇਹ ਕੰਮ ਸੀਗਾ 2024 ਤੋਂ ਇਹ ਪੋਰਟਲ ਚੱਲ ਰਿਹਾ ਸੀਗਾ। ਐਂਡ ਇੱਕ ਵਧੀਆ ਮੂਵ ਸੀਗਾ ਤਾਂ ਕਿ ਆਪਾਂ ਨੂੰ ਪਤਾ ਚੱਲ ਸਕੇ ਵੀ ਕਿੱਥੇ ਕਿੱਥੇ ਪੇੜ ਕੱਟੇ ਜਾ ਰਹੇ ਇਲੀਗਲੀ, ਐਂਡ ਉਸ 'ਤੇ ਜੋ ਐਕਸ਼ਨ ਲਿਆ ਜਾ ਸਕੇ। ਬਟ ਰੀਸੈਂਟਲੀ ਫੋਰੈਸਟ ਸਰਵੇ ਆਫ ਇੰਡੀਆ ਨੇ ਇਸ ਪੋਰਟਲ ਨੂੰ ਬੰਦ ਕਰਤਾ।
नेक्स्ट न्यूज़ इज रिलेटेड टू जल जीवन मिशन। यूनियन कैबिनेट अप्रूव्स जल जीवन मिशन एक्सटेंशन अंटिल 2028। सो ਇਹ ਜਲ ਸ਼ਕਤੀ ਦੇ ਅੰਡਰ ਮਿਸ਼ਨ ਹੈਗਾ। 2024 ਦੇ ਵਿੱਚ ਇਹਦੀ ਸ਼ੁਰੂਆਤ ਹੋਈ ਸੀਗੀ, ਠੀਕ ਹੈ ਜੀ। ਐਂਡ ਇਹਦਾ ਪਰਪਸ ਕੀ ਸੀਗਾ, 2019 ਦੇ ਵਿੱਚ ਇਹਦੀ ਸ਼ੁਰੂਆਤ ਹੋਈ ਸੀਗੀ। ਇਹਦਾ ਪਰਪਸ ਸੀਗਾ ਕਿ ਹਰ ਇੱਕ ਘਰ ਦੇ ਵਿੱਚ ਟੈਪ ਕਨੈਕਸ਼ਨ ਪਹੁੰਚਾਉਣਾ, ਠੀਕ ਹੈ ਜੀ, ਜਿਹਦੇ ਕਰਕੇ 55 ਲੀਟਰ ਪਰ ਕੈਪੀਟਾ ਪਰ ਡੇ ਡਰਿੰਕਿੰਗ ਵਾਟਰ ਜੋ ਹੈ ਹਰੇਕ ਰੂਰਲ ਹਾਊਸਹੋਲਡ ਕੋਲ ਪਹੁੰਚੂਗਾ 2024 ਤੱਕ। ਸੋ ਟਾਰਗੇਟ ਸੀਗਾ ਕਿ 2024 ਤੱਕ ਜਿੰਨੇ ਵੀ ਰੂਰਲ ਹਾਊਸਹੋਲਡ ਹੈਗੇ ਆ ਉਹਨਾਂ ਨੂੰ 55 ਲੀਟਰ ਪਰ ਕੈਪੀਟਾ ਪਰ ਡੇ ਦੀ ਡਰਿੰਕਿੰਗ ਵਾਟਰ ਅਵੇਲੇਬਿਲਿਟੀ ਕਰਾਉਣਾ, ਠੀਕ ਹੈ। ਇਹ ਇਹਦਾ ਪਰਪਸ ਸੀਗਾ। ਐਂਡ ਇਸ ਮਿਸ਼ਨ ਨੂੰ ਜੋ ਹੈ ਹੁਣ ਐਕਸਟੈਂਡ ਕਰਤਾ ਟੂ 2028। सेकेंड थिंग इस मिशन बारे, इट इज़ अ सेंट्रली स्पॉन्सर्ड स्कीम, मतलब कि कुछ पैसा जो है सेंटर दऊगी, कुछ पैसा जो है स्टेट दऊगी, जिन्हों इंप्लीमेंट कौन करे, मिनिस्ट्री ऑफ जल शक्ति। नैक्सट न्यूज़ इज़ रिलेटेड टू मलेरिया। सो इंटरनेशनल मलेरिया कॉन्फ्रेंस 2026 रिसेंटली कनक्लूड हुई है न्यू दिल्ली दे विच। एंड इहदी थीम सीगी डिस्कवरी, डिवेलपमेंट एंड डिलीवरी, ਡਰਾਈਵਿੰਗ ਮਲੇਰੀਆ ਐਲੀਮੀਨੇਸ਼ਨ ਐਂਡ ਬਿਯੋਂਡ, ਠੀਕ ਹੈ ਜੀ। ਇੰਡੀਆ ਦਾ ਵੀ ਇੱਕ ਟਾਰਗੇਟ ਹੈਗਾ, ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ। ਇੰਡੀਆ ਨੇ ਟਾਰਗੇਟ ਰੱਖਿਆ ਹੋਇਆ ਮਲੇਰੀਆ ਨੂੰ ਐਲੀਮੀਨੇਟ ਕਰਨ ਦਾ ਆਪਣੀ ਕੰਟਰੀ 'ਚੋਂ। ਉਹ ਈਅਰ ਦੱਸਣਾ ਕਿਸ ਈਅਰ ਤੱਕ ਆਪਾਂ ਮਲੇਰੀਆ ਨੂੰ ਐਲੀਮੀਨੇਟ ਕਰਨਾ ਸੀਗਾ, ਠੀਕ ਹੈ। ਸੈਕਿੰਡ ਆਪਾਂ ਮਲੇਰੀਆ ਬਾਰੇ ਦੇਖ ਲੈਂਦੇ ਹਾਂ। ਸੋ ਮਲੇਰੀਆ ਇੱਕ ਲਾਈਫ ਥ੍ਰੈਟਨਿੰਗ ਡਿਜ਼ੀਜ਼ ਹੈਗੀ ਹੈ ਜੋ ਕਿ ਪਲਾਸਮੋਡੀਅਮ ਪੈਰਾਸਾਈਟ ਕਰਕੇ ਹੁੰਦੀ ਹੈ। ਐਂਡ ਇਹ ਟਰਾਂਸਮਿਟ ਕਿਵੇਂ ਹੁੰਦੀ ਹੈ, ਫੀਮੇਲ ਐਨੋਫਿਲਸ ਜੋ ਇਨਫੈਕਟਿਡ ਹੁੰਦੀ ਹੈ ਉਹ ਇਹਨੂੰ ਟਰਾਂਸਮਿਟ ਕਰਦੀ ਹੈ, ਠੀਕ ਹੈ। ਉਸ ਤੋਂ ਬਾਅਦ ਇਹਦਾ ਟ੍ਰੀਟਮੈਂਟ ਦੀ ਜੇ ਆਪਾਂ ਗੱਲ ਕਰੀਏ, ਸੋ ਟ੍ਰੀਟਮੈਂਟ ਦੇ ਵਿੱਚ ਮੇਜਰ 2 ਟ੍ਰੀਟਮੈਂਟ ਦਿੱਤੇ ਜਾਂਦੇ ਜਿਹਨੂੰ ਮਲੇਰੀਆ ਹੁੰਦਾ। ਫਸਟ ਇਜ਼ ACTs, ਇਹਦੀ ਫੁੱਲ ਫਾਰਮ ਕੀ ਹੈਗੀ ਆ, ਆਰਟੇਮਿਸਿਨ ਬੇਸਡ ਕੰਬੀਨੇਸ਼ਨ ਥੈਰੇਪੀਜ਼, ਜਾਂ ਫਿਰ ਇੱਕ ਦਵਾਈ ਆਉਂਦੀ ਜਿਹਦਾ ਨਾਮ ਹੈਗਾ ਕਲੋਰੋਕੁਇਨ, ਠੀਕ ਹੈ ਜੀ। ਇਹ ਦਿੱਤੀ ਜਾਂਦੀ ਹੈ ਮਲੇਰੀਆ ਦੇ ਵਿੱਚ। ਨੈਕਸਟ ਇਜ਼ ਅਗੇਨ ਰਿਲੇਟਡ ਟੂ ਡਿਫੈਂਸ ਨਿਊਜ਼, ਕੋਲਡ ਰਿਸਪੌਂਸ ਡਰਿਲ। ਕੋਲਡ ਰਿਸਪੌਂਸ ਡਰਿਲ ਜੋ ਹੈ ਉਹ ਨਾਟੋ ਨੇ ਸ਼ੁਰੂ ਕੀਤੀ ਹੈ। ਕਿੱਥੇ ਸ਼ੁਰੂ ਕੀਤੀ ਹੈ, ਆਰਟਿਕ ਦੇ ਵਿੱਚ, ਠੀਕ ਹੈ ਜੀ। ਸੋ ਨਾਟੋ ਕੀ ਆਪਣਾ ਹੈਗਾ, ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਹੈਗੀ, ਇੱਕ ਮਿਲੀਟਰੀ ਅਲਾਇੰਸ ਹੈਗੀ ਯੂਰੋਪੀਅਨ ਕੰਟਰੀਜ਼ ਦੀ। ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਕਿ ਕਿੰਨੀ ਕੰਟਰੀਜ਼ ਇਹਦੇ ਵਿੱਚ ਆਉਂਦੀ ਹੈ। ਐਂਡ ਇਹਦਾ ਹੈੱਡਕੁਆਰਟਰ ਕਿੱਥੇ ਹੈ, ਬਰੁਸਲ ਬੈਲਜੀਅਮ ਦੇ ਵਿੱਚ ਇਹਦਾ ਹੈੱਡਕੁਆਰਟਰ ਹੈ। ਸੋ ਨਾਟੋ ਦਾ ਪਰਪਸ ਕੀ ਹੈ, ਜਿਹਦੀ ਵੀ ਕੰਟਰੀਜ਼ ਨਾਟੋ ਦੇ ਵਿੱਚ ਆਉਂਦੀ ਆ, ਜੇ ਕਿਸੇ ਇੱਕ ਕੰਟਰੀ 'ਤੇ ਵੀ ਅਟੈਕ ਹੁੰਦਾ ਹੈ ਤਾਂ ਉਹ ਸਾਰੀ ਕੰਟਰੀ 'ਤੇ ਅਟੈਕ ਮੰਨਿਆ ਜਾਂਦਾ ਐਂਡ ਸਾਰੀ ਕੰਟਰੀ ਨੂੰ ਪ੍ਰੋਟੈਕਟ ਕਰਦੀ ਆ, ਠੀਕ ਹੈ। ਇਹ ਪਰਪਸ ਸੀਗਾ ਨਾਟੋ ਦਾ, ਇੱਕ ਮਿਲੀਟਰੀ ਅਲਾਇੰਸ ਹੈਗਾ ਇਹ। ਸੋ ਇਹਨੇ ਰੀਸੈਂਟਲੀ ਆਪਣੀ ਐਕਸਰਸਾਈਜ਼ ਕੀਤੀ ਹੈ ਆਰਟਿਕ ਦੇ ਵਿੱਚ, ਜਿਹਦਾ ਨਾਮ ਕੀ ਹੈਗਾ, ਕੋਲਡ ਰਿਸਪੌਂਸ ਡਰਿਲ। ਨੈਕਸਟ ਨਿਊਜ਼, ਆਪਰੇਸ਼ਨ ਸੰਕਲਪ। ਆਪਰੇਸ਼ਨ ਸੰਕਲਪ ਬਾਰੇ ਆਪਾਂ ਪੜ੍ਹ ਲੈਂਦੇ ਹਾਂ। ਲਾਂਚ ਹੋਇਆ ਸੀਗਾ 2019 ਦੇ ਵਿੱਚ। ਪਰਪਸ ਕੀ ਹੈਗਾ, ਇਟ ਇਜ਼ ਇੰਡੀਆ ਨੇਵੀਜ਼ ਪ੍ਰੋਐਕਟਿਵ ਮੈਰੀਟਾਈਮ ਸਿਕਿਉਰਿਟੀ ਇਨੀਸ਼ੀਏਟਿਵ to ensure the safety of Indian flag merchant vessels and maintain regional stability in the Indian Ocean region। So ਹੋਇਆ ਕੀ ਸੀਗਾ, ਇਹਦਾ ਬੈਕਗਰਾਊਂਡ ਜੇ ਆਪਾਂ ਸਮਝੀਏ, ਸਟ੍ਰੇਟ ਆਫ ਹੋਰਮੁਜ਼ ਜੋ ਅੱਜ ਕੱਲ੍ਹ ਕਾਫੀ ਨਿਊਜ਼ ਦੇ ਵਿੱਚ ਹੈਗੇ ਹਨ, ਗਲਫ ਆਫ ਓਮਾਨ ਉੱਥੇ ਲਾਈ ਕਰਦੀ ਆ। ਉੱਥੇ ਪਹਿਲਾਂ ਅਟੈਕਸ ਹੁੰਦੇ ਸੀਗੇ, ਪਾਇਰੇਟਸ ਜੋ ਅਟੈਕ ਕਰ ਦਿੰਦੇ ਸੀਗੇ ਜੋ ਵੈਸਲਸ ਹੈਗੀਆਂ ਜਿਹਦੇ ਵਿੱਚ ਓਇਲ ਆਪਣੇ ਹੁੰਦੇ ਆ, ਕਾਰਗੋ ਆਪਣਾ ਹੁੰਦਾ ਗਾ। ਸੋ ਉਸ ਚੀਜ਼ ਨੂੰ ਪ੍ਰੋਟੈਕਟ ਕਰਨ ਲਈ, ਆਪਣੀ ਜੋ ਵੈਸਲਸ ਆਉਂਦੀ ਆ ਉੱਥੋਂ, ਉਹਨੂੰ ਪ੍ਰੋਟੈਕਟ ਕਰਨ ਲਈ ਜੋ ਹੈ ਇਹ ਮਿਸ਼ਨ ਲਿਆਇਆ ਗਿਆ ਸੀਗਾ, ਠੀਕ ਹੈ। ਐਂਡ ਫਿਲਹਾਲ ਕੀ ਹੁੰਦਾ ਗਾ, ਜੋ ਵੀ ਇੰਡੀਅਨ ਓਸ਼ਨ ਦੇ ਵਿੱਚ ਇੰਡੀਅਨ ਫਲੈਗ ਮਰਚੈਂਟ ਵੈਸਲਸ ਹੈਗੀਆਂ ਜਿਨ੍ਹਾਂ 'ਤੇ ਇੰਡੀਅਨ ਫਲੈਗ ਲੱਗਿਆ ਹੁੰਦਾ, ਉਹਨਾਂ ਦੀ ਪ੍ਰੋਟੈਕਸ਼ਨ ਜੋ ਹੈ ਉਹ ਦਿੰਦੀ ਹੈ ਇੰਡੀਅਨ ਨੇਵੀ ਅੰਡਰ ਦਿਸ ਆਪਰੇਸ਼ਨ ਸੰਕਲਪ, ਠੀਕ ਹੈ ਜੀ। ਸੋ ਨੈਕਸਟ ਨਿਊਜ਼ ਇਜ਼ ਰਿਲੇਟਡ ਟੂ ਵਨ ਲਾਈਨਰ ਨਿਊਜ਼ ਹੈਗੀ ਹੈ। ਸਕਾਟਲੈਂਡ ਬਿਕਮਸ ਫਸਟ UK ਕੰਟਰੀ ਟੂ ਅਲਾਉ ਵਾਟਰ ਕ੍ਰੀਮੇਸ਼ਨਸ। ਸਕਾਟਲੈਂਡ ਜੋ ਹੈ UK ਦੀ, ਵਰਲਡ ਦੀ ਨਹੀਂ, UK ਦੀ ਪਹਿਲੀ ਕੰਟਰੀ ਬਣ ਗਈ ਹੈ ਜਿਹਨੇ ਵਾਟਰ ਕ੍ਰੀਮੇਸ਼ਨ ਅਲਾਉ ਕੀਤੇ ਨੇ। ਸੋ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ UK ਦੇ ਵਿੱਚ ਕਿੰਨੀ ਕੰਟਰੀਜ਼ ਆਉਂਦੀ ਹੈ, ਠੀਕ ਹੈ। ਹੁਣ ਆਪਾਂ ਵਾਟਰ ਕ੍ਰੀਮੇਸ਼ਨ ਬਾਰੇ ਪੜ੍ਹ ਲੈਂਦੇ ਹਾਂ। ਵਾਟਰ ਕ੍ਰੀਮੇਸ਼ਨ ਇੱਕ ਗ੍ਰੀਨ ਕ੍ਰੀਮੇਸ਼ਨ ਆਪਾਂ ਕਹਿ ਸਕਦੇ ਹਾਂ। ਸੋ ਇਹਦੇ ਵਿੱਚ ਪ੍ਰੋਸੈਸ ਕੀ ਹੁੰਦਾ ਉਹਦੇ ਬਾਰੇ ਥੋੜ੍ਹਾ ਦੇਖ ਲੈਂਦੇ ਹਾਂ। ਇਸ ਪ੍ਰੋਸੈਸ ਨੂੰ ਅਲਕਲਾਈਨ ਹਾਈਡਰੋਲਿਸਿਸ ਵੀ ਕਿਹਾ ਜਾਂਦਾ, ਜੋ ਵਾਟਰ ਕ੍ਰੀਮੇਸ਼ਨ ਕਰਦੇ ਆ, ਠੀਕ ਹੈ। ਇੱਕ ਤਰੀਕਾ ਤਾਂ ਹੈਗਾ ਜਿਵੇਂ ਹਿੰਦੂ ਟ੍ਰੈਡੀਸ਼ਨ ਦੇ ਵਿੱਚ ਬਰਨ ਕਰਦੇ ਆ, ਸਿੱਖ ਦੇ ਵਿੱਚ ਆਪਾਂ ਬਰਨ ਕਰਦੇ ਆ ਬੋਡੀ ਨੂੰ, ਠੀਕ ਹੈ। ਮੁਸਲਿਮ ਜੋ ਹੈ ਉਹ ਕਬਰ ਦੇ ਵਿੱਚ ਰੱਖਦੇ ਆ ਬੋਡੀ ਨੂੰ। ਸੋ ਅਲਕਲਾਈਨ ਹਾਈਡਰੋਲਿਸਿਸ ਦੇ ਵਿੱਚ ਕੀ ਹੋਊਗਾ, ਇਹਦੇ ਵਿੱਚ ਬੋਡੀ ਨੂੰ ਰੈਪ ਕੀਤਾ ਜਾਊਗਾ ਬਾਇਓਡੀਗ੍ਰੇਡੇਬਲ ਮਟੀਰੀਅਲ ਦੇ ਵਿੱਚ, ਜਿਵੇਂ ਕਿ ਸਿਲਕ ਹੋ ਗਿਆ, ਫਿਰ ਵੁੱਲ ਹੋ ਗਿਆ। ਐਂਡ ਪੂਰਾ ਰੈਪ ਕਰਕੇ ਬੋਡੀ ਨੂੰ ਇੱਕ ਪ੍ਰੈਸ਼ਰਾਈਜ਼ਡ ਚੈਂਬਰ ਦੇ ਵਿੱਚ ਰੱਖਿਆ ਜਾਊਗਾ, ਜਿਹਦੇ ਵਿੱਚ ਬੋਡੀ 'ਤੇ ਹੌਟ ਵਾਟਰ ਐਂਡ ਕੈਮੀਕਲਸ ਪਾਏ ਜਾਣਗੇ। ਐਂਡ ਇਹ ਹੌਟ ਵਾਟਰਸ ਕੈਮੀਕਲ ਕੀ ਕੰਮ ਕਰਨਗੇ, ਬੋਡੀ ਨੂੰ ਡਿਕੰਪੋਜ਼ ਕਰਨ ਦਾ ਕੰਮ ਕਰਨਗੇ, ਠੀਕ ਹੈ ਜੀ। ਐਂਡ ਇਹ ਜੋ ਸਾਰਾ ਪ੍ਰੋਸੈਸ ਹੈਗਾ ਇਹਦੇ ਵਿੱਚ
ਬੋਡੀ ਨੂੰ ਹੀਟ ਕੀਤਾ ਜਾਊਗਾ 150 ਸੈਲਸੀਅਸ ਟੈਂਪਰੇਚਰ ਤੱਕ in a mixture of potassium hydroxide and water for up to 90 minutes. So procedure important ਹੈਗਾ ਇਹਦੇ ਵਿੱਚ ਕੈਮੀਕਲਸ ਕਿਹੜੇ ਯੂਜ਼ ਹੋ ਰਹੇ, ਇੱਕ ਤਾਂ ਹੌਟ ਵਾਟਰ ਯੂਜ਼ ਹੋ ਰਿਹਾ ਹੈਗਾ ਐਂਡ ਇੱਕ ਪੋਟੇਸ਼ੀਅਮ ਹਾਈਡਰੋਕਸਾਈਡ ਦੇ ਵਿੱਚ ਯੂਜ਼ ਹੁੰਦਾ ਹੈਗਾ, ਠੀਕ ਹੈ। 90 ਮਿੰਟ ਤੱਕ 150 ਡਿਗਰੀ ਸੈਲਸੀਅਸ ਤੇ ਇਨ ਕੈਮੀਕਲਸ ਦੇ ਨਾਲ ਜੋ ਬੋਡੀ ਨੂੰ ਡਿਕੰਪੋਜ਼ ਕੀਤਾ ਜਾਂਦਾ ਹੈ ਐਂਡ 90 ਮਿੰਟਸ ਲੇਟਰ ਜੋ ਹੈ ਉਹ ਸਿਰਫ ਹੱਡੀਆਂ ਰਹਿ ਜਾਂਦੀ ਹੈ, ਬਾਕੀ ਜੋ ਬੋਡੀ ਹੁੰਦੀ ਹੈ ਉਹ ਬਰਨ ਹੋ ਜਾਂਦੀ ਹੈ। ਸੋ ਇਹਨੂੰ ਆਪਾਂ ਕਹਿ ਦਿੰਦੇ ਆ ਅਲਕਲਾਈਨ ਹਾਈਡਰੋਲਿਸਿਸ ਜਾਂ ਫਿਰ ਵਾਟਰ ਕ੍ਰੀਮੇਸ਼ਨ। ਉਸ ਤੋਂ ਬਾਅਦ ਨੈਕਸਟ ਨਿਊਜ਼ ਇਜ਼ ਰਿਲੇਟਡ ਟੂ ਸੈਂਸਸ 2027। ਸੋ ਕਾਫੀ ਲੰਬੇ ਅਰਸੇ ਬਾਅਦ 2011 ਦਾ ਆਪਾਂ ਸੈਂਸਸ ਵੇਖਿਆ, 2021 ਦੇ ਵਿੱਚ ਆਪਣਾ ਸੈਂਸਸ ਆਉਣਾ ਸੀਗਾ 10 ਸਾਲ ਬਾਅਦ, ਕਿਉਂਕਿ ਆਪਣਾ ਸੈਂਸਸ ਕੰਡਕਟ ਹੁੰਦਾ ਹੈ, ਬਟ ਉਸ ਟਾਈਮ ਤੇ ਜੋ ਹੈ ਕੋਵਿਡ ਆ ਗਿਆ ਸੀਗਾ ਐਂਡ ਸੈਂਸਸ ਕੰਡਕਟ ਨਹੀਂ ਹੋ ਪਾਇਆ ਐਂਡ 2027 ਦੇ ਵਿੱਚ ਸੈਂਸਸ ਆ ਰਿਹਾ ਹੈਗਾ ਫਾਈਨਲੀ, ਜੋ ਹੈ ਅਪ੍ਰੈਲ 1 ਤੋਂ ਇਹਦੀ ਸਟਾਰਟਿੰਗ ਹੋ ਰਹੀ ਹੈ। ਸੋ ਇਹਦੇ ਬਾਰੇ ਆਪਾਂ ਥੋੜਾ ਵੇਖ ਲੈਂਦੇ ਹਾਂ। ਸੋ ਸਭ ਤੋਂ ਪਹਿਲਾਂ ਜੋ ਸੈਂਸਸ 2027 ਹੋਊਗਾ ਇਹ ਕੰਟਰੀ ਦਾ ਫਰਸਟ ਫੁੱਲੀ ਡਿਜੀਟਲ ਸੈਂਸਸ ਹੋਊਗਾ, ਠੀਕ ਹੈ ਜੀ। ਇਹਦਾ ਫਸਟ ਫੇਜ਼ ਅਪ੍ਰੈਲ 1 ਤੋਂ ਸਟਾਰਟ ਹੋ ਰਿਹਾ ਹੈਗਾ। ਟੋਟਲ ਇਹ 2 ਫੇਜ਼ ਦੇ ਵਿੱਚ ਕੰਡਕਟ ਹੋਊਗਾ। ਫਸਟ ਫੇਜ਼ ਹੋਊਗਾ ਹਾਊਸ ਲਿਸਟਿੰਗ ਐਂਡ ਹਾਊਸਿੰਗ ਸੈਂਸਸ ਜੋ ਕਿ ਅਪ੍ਰੈਲ ਤੋਂ ਸੈਪਟੈਂਬਰ ਚੱਲੂਗਾ 2026 ਐਂਡ ਸੈਕਿੰਡ ਫੇਜ਼ ਹੋਊਗਾ ਪੋਪੂਲੇਸ਼ਨ ਐਨੂਮਰੇਸ਼ਨ ਜੋ ਕਿ ਫੈਬਰਰੀ 2027 ਦੇ ਵਿੱਚ ਹੋਊਗਾ। ਇਹਦੇ ਮਾਸਕੋਟ ਰੀਸੈਂਟਲੀ ਰਿਲੀਜ਼ ਕੀਤੇ ਆ ਅਮਿਤ ਸ਼ਾਹ ਨੇ। ਮਾਸਕਟ ਕਿਹੜੇ ਹੈ, ਇੱਕ ਹੈਗਾ ਪ੍ਰਗਤੀ ਫੀਮੇਲ ਨੂੰ ਜੋ ਦਰਸਾਉਂਦਾ ਹੈ, ਇੱਕ ਮਾਸਕਟ ਦਾ ਨਾਮ ਹੈਗਾ ਵਿਕਾਸ ਜੋ ਕਿ ਮੇਲ ਨੂੰ ਸਿੰਬਲਾਈਜ਼ ਕਰਦਾ ਹੈਗਾ ਐਂਡ ਇਹਨਾਂ ਦਾ ਇੱਕ ਕਿਸ ਚੀਜ਼ ਨੂੰ ਸਿੰਬਲਾਈਜ਼ ਕਰ ਰਹੇ ਨੇ ਜੋ ਮਾਸਕਟਸ ਹੈਗੇ ਆ, of equal participation of women and men in fulfilling the resolve to make India developed nation by 2047। ਸੋ ਇੰਡੀਆ ਦਾ ਟਾਰਗੇਟ ਹੈਗਾ ਕਿ 2047 ਤੱਕ ਆਪਾਂ ਵਿਕਸਿਤ ਭਾਰਤ ਬਣਨਾ ਯਾਨੀ ਕਿ ਡਿਵੈਲਪਡ ਕੰਟਰੀ ਬਣਨਾ ਹੈ। ਉਸ ਚੀਜ਼ ਲਈ ਡਿਵੈਲਪਮੈਂਟ ਲਈ ਵਿਮਨ ਐਂਡ ਮੈਨ ਦੀ ਇਕੁਅਲ ਪਾਰਟੀਸਿਪੇਸ਼ਨ ਹੋਵੇ, ਇਸ ਚੀਜ਼ ਨੂੰ ਸਿੰਬਲਾਈਜ਼ ਕਰ ਰਿਹਾ ਆਪਣੇ ਓਫੀਸ਼ੀਅਲ ਮਾਸਕਟ ਪ੍ਰਗਤੀ ਐਂਡ ਵਿਕਾਸ। ਉਸ ਤੋਂ ਬਾਅਦ 4 ਐਪਸ ਹੋਰ ਲਾਂਚ ਕੀਤੀਆਂ ਕਿਉਂਕਿ ਪਿਓਰਲੀ ਇੱਕ ਡਿਜੀਟਲ ਸੈਂਸਸ ਹੋਊਗਾ ਤਾਂ 4 ਐਪਸ ਇਹਦੇ ਵਿੱਚ ਜੋ ਲਾਂਚ ਕੀਤੀਆਂ ਗਈਆਂ, 4 ਪੋਰਟਲ ਲਾਂਚ ਕੀਤੇ ਗਏ ਇਹਦੇ ਵਿੱਚ ਸੋ ਉਹਨਾਂ ਬਾਰੇ ਆਪਾਂ ਇੱਕ ਵਾਰ ਪੜ੍ਹ ਲੈਂਦੇ ਹਾਂ। ਐਟਲੀਸਟ ਫੁੱਲ ਫਾਰਮ ਜ਼ਰੂਰ ਪਤਾ ਹੋਣੀ ਚਾਹੀਦੀ ਹੈ। ਫਸਟ ਇਜ਼ ਹਾਊਸ ਲਿਸਟਿੰਗ ਬਲੌਕ ਕ੍ਰੀਏਟਰ HLBC, ਇੱਕ ਵੈਬ ਐਪਲੀਕੇਸ਼ਨ ਹੈਗੀ ਆ for digital mapping using satellite imagery which will ensure standardized geographic coverage across the country, ਠੀਕ ਹੈ ਜੀ। ਇਹ geographic coverage ਨੂੰ ਕਵਰ ਕਰੂਗੀ। ਉਸ ਤੋਂ ਬਾਅਦ HLO ਮੋਬਾਈਲ ਐਪਲੀਕੇਸ਼ਨ ਹੋਊਗੀ, ਇੱਕ ਆਫਲਾਈਨ ਮੋਬਾਈਲ ਐਪ ਹੋਊਗੀ ਜੋ ਹੈਲਪ ਕਰੂਗੀ ਇਨਿਊਮਰੇਟਰ ਨੂੰ ਟੂ ਕਲੈਕਟ ਐਂਡ ਅਪਲੋਡ ਹਾਊਸ ਲਿਸਟਿੰਗ ਡਾਟਾ। ਸੋ ਫਸਟ ਫੇਜ਼ ਜੋ ਆਪਣਾ ਹਾਊਸ ਲਿਸਟਿੰਗ ਡਾਟਾ ਹੋਊਗਾ ਜਿਹਦੇ ਵਿੱਚ ਹਾਊਸ ਦੀ ਲਿਸਟਿੰਗ ਹੋਊਗੀ ਕਿੰਨੇ ਹਾਊਸ ਹੋਲਡ ਹੈਗੇ ਨੇ, ਸੋ ਉਹਦੇ ਵਿੱਚ ਇੱਕ ਆਫਲਾਈਨ ਐਪ ਬਣਾਈ ਗਈ ਹੈ HLO ਮੋਬਾਈਲ ਐਪਲੀਕੇਸ਼ਨ, तो ये डाटा कलैक्ट करन च एंड अपलोड करन च मदद करूगी। ਉਸ ਤੋਂ ਬਾਅਦ ਇੱਕ ਸੈਲਫ ਐਨੂਮਰੇਸ਼ਨ ਪੋਰਟਲ ਹੋਊਗਾ ਜਿਹਦੇ ਵਿੱਚ ਆਪਾਂ ਖੁਦ ਦੇਖੋ ਸੈਂਸਸ ਜਦੋਂ ਕੰਡਕਟ ਹੁੰਦਾ ਹੈ ਤਾਂ ਜਿਨ੍ਹਾਂ ਨੇ ਨਹੀਂ ਦੇਖਿਆ ਜਿਨ੍ਹਾਂ ਨੇ ਵੇਖਿਆ ਹੋਗਾ ਕੀ ਹੁੰਦਾ ਹੈ ਕਿ ਓਫੀਸ਼ੀਅਲਸ ਆਉਂਦੇ ਆਪਣੇ ਘਰੇ ਐਂਡ ਸਾਰੀ ਜਾਣਕਾਰੀ ਲੈਂਦੇ ਵੀ ਫੈਮਿਲੀ 'ਚ ਕਿੰਨੇ ਮੈਂਬਰਸ ਹੈਗੇ ਕੀ ਕਰਦੇ, ਸਾਰੀ ਜਾਣਕਾਰੀ ਲਈ ਜਾਂਦੀ ਹੈ, ਠੀਕ ਹੈ। ਇਹ ਤਾਂ ਹੁੰਦਾ ਹੈ ਆਫਲਾਈਨ ਕਿ ਉਹ ਤੁਹਾਡੇ ਘਰੇ ਆ ਕੇ ਜੋ ਹੈ ਸਾਰੀ ਇਨਫੋਰਮੇਸ਼ਨ ਲੈ ਰਹੇ ਆ, ਬਟ ਇਹ ਜੋ ਸੈਲਫ ਇਨਿਊਮਰੇਸ਼ਨ ਪੋਰਟਲ ਹੈ ਇਸ 'ਤੇ ਜਾ ਕੇ ਆਪਾਂ ਖੁਦ ਵੀ ਆਪਣੀ ਸਾਰੀ ਇਨਫੋਰਮੇਸ਼ਨ ਦੇ ਸਕਦੇ ਆ। ਬਿਫੋਰ ਓਫੀਸ਼ੀਅਲਸ ਆਉਣ ਆਪਾਂ ਆਪਣੀ ਖੁਦ ਹੀ ਸਾਰੀ ਇਨਫੋਰਮੇਸ਼ਨ ਦੇ ਦਈਏ ਇਸ ਸੈਲਫ ਇਨਿਊਮਰੇਸ਼ਨ ਪੋਰਟਲ 'ਤੇ, ਠੀਕ ਹੈ ਜੀ। ਇਹ ਦਾ ਪਰਪਸ ਹੈਗਾ। ਉਸ ਤੋਂ ਬਾਅਦ ਫੋਰਥ ਜੋ ਹੈਗਾ ਦੈਟ ਇਜ਼ ਸੈਂਸਸ ਮੈਨੇਜਮੈਂਟ ਐਂਡ ਮੋਨੀਟਰਿੰਗ ਸਿਸਟਮ। ਇਹ ਵੀ ਡਿਜੀਟਲ ਪੋਰਟਲ ਹੈਗਾ, ਵਨ ਆਫ ਦ ਲਾਰਜੈਸਟ ਐਡਮਿਨਿਸਟ੍ਰੇਟਿਵ ਐਕਸਰਸਾਈਜ਼ ਇਨ ਦਾ ਵਰਲਡ, ਠੀਕ ਹੈ ਜੀ। ਸੋ ਇਹ ਸੈਂਸਸ ਨੂੰ ਮੈਨੇਜ ਕਰੂਗਾ ਐਂਡ ਮੋਨੀਟਰ ਕਰੂਗਾ, ਇਹਦਾ ਪਰਪਸ ਹੋਊਗਾ, ਨਾਮ ਤੋਂ ਹੀ ਕਲੀਅਰ ਹੋ ਰਿਹਾ। ਸੋ ਦਿਸ ਵਾਜ਼ ਅਬਾਊਟ ਸੈਂਸਸ 2027। ਜਦੋਂ ਡਾਟਾ ਆਇਆ ਤਾਂ ਆਪਾਂ ਫੁੱਲੀ ਇਹਨੂੰ ਕਵਰ ਕਰਾਂਗੇ। ਨੈਕਸਟ ਨਿਊਜ਼, Oxford Museum is returning 16th century through Mankai Alwar bronze idol back to India। ਸੋ 16ਵੀਂ ਸੈਂਚੁਰੀ ਦਾ ਇੱਕ ਬ੍ਰੋਂਜ਼ ਆਈਡਲ ਸੀਗਾ ਥਿਰੂਮੰਕਾਈ ਅਲਵਰ, ਤਮਿਲਨਾਡੂ ਦੇ ਵਿੱਚ ਲਾਈ ਕਰਦਾ ਸੀਗਾ, ਇਹਨੂੰ ਰਿਟਰਨ ਕਰ ਰਿਹਾ ਹੁਣ ਆਕਸਫੋਰਡ ਮਿਊਜ਼ੀਅਮ ਇੰਡੀਆ ਨੂੰ, ਠੀਕ ਹੈ। ਨੈਕਸਟ ਨਿਊਜ਼ ਇਜ਼ ਰਿਲੇਟਡ ਟੂ ਸਟੇਟ ਸਪੈਸੀਫਿਕ ਪ੍ਰੋਜੈਕਟ ਹਨੂਮਾਨ। ਪ੍ਰੋਜੈਕਟ ਹਨੂਮਾਨ ਜੋ ਹੈ ਆਂਧਰਾ ਪ੍ਰਦੇਸ਼ ਗਵਰਨਮੈਂਟ ਨੇ ਲਾਂਚ ਕੀਤਾ ਗਾ। ਕਦੋਂ ਲਾਂਚ ਕੀਤਾ? ਵਰਲਡ ਵਾਈਲਡ ਲਾਈਫ ਡੇ 'ਤੇ। ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਦੱਸਿਓ ਕਿ ਵਰਲਡ ਵਾਈਲਡ ਲਾਈਫ ਡੇ ਕਦੋਂ ਓਬਜ਼ਰਵ ਕਰਦੇ ਆਪਾਂ, ਠੀਕ ਹੈ ਜੀ। ਪਰਪਸ ਕੀ ਹੈ? ਟੂ ਐਡਰੈਸ ਦੀ ਰਾਈਜ਼ਿੰਗ ਹਿਊਮਨ ਵਾਈਲਡ ਲਾਈਫ ਕਨਫਲਿਕਟ ਇਨ ਦਾ ਸਟੇਟ। ਜੋ ਹਿਊਮਨ ਵਾਈਲਡ ਲਾਈਫ ਕਨਫਲਿਕਟ ਵਧ ਰਿਹਾ ਹੈਗਾ ਸਟੇਟ ਦੇ ਵਿੱਚ ਉਹਨੂੰ ਕੌਨਕਰ ਕਰਨ ਲਈ, ਠੀਕ ਹੈ ਜੀ। ਇਹਦੀ ਫੁੱਲ ਫਾਰਮ ਆਪਾਂ ਨੂੰ ਪਤਾ ਹੋਣੀ ਚਾਹੀਦੀ ਹੈ, ਹੀਲਿੰਗ ਐਂਡ ਨਰਚਰਿੰਗ ਯੂਨਿਟਸ ਫॉर ਮੋਨੀਟਰਿੰਗ ਏਡ ਐਂਡ ਨਰਸਿੰਗ ਆਫ ਵਾਈਲਡ ਲਾਈਫ। ਇਹ ਫੁੱਲ ਫਾਰਮ ਹੈਗੀ ਹੈ ਹਨੂਮਾਨ ਦੀ। ਇਟ ਇਜ਼ ਅ ਸਟੇਟ ਲੈਵਲ ਵਾਈਲਡ ਲਾਈਫ ਪ੍ਰੋਟੈਕਸ਼ਨ and conflict mitigation initiative aimed at rescuing, treating, rehabilitating and monitoring wildlife while protecting communities near forest। so ਜੋ wildlife ਹੈਗੀ ਆ ਉਹਨੂੰ ਰੈਸਕਿਊ ਕਰਨਾ, ਟਰੀਟ ਕਰਨਾ,
ਉਹਨੂੰ ਰੀਹੈਬਿਲਿਟੇਟ ਕਰਨਾ। ਮੰਨ ਲਓ ਜਿਵੇਂ ਆਪਾਂ ਵੇਖਦੇ ਹਾਂ ਕਿ ਜੋ ਟਾਈਗਰਸ ਹੈਗੇ, ਫਿਰ ਜੋ ਐਲੀਫੈਂਟਸ ਹੈਗੇ ਆ, ਉਹ ਜੋ ਹੈ ਘਰਾਂ ਦੇ ਵਿੱਚ ਆ ਜਾਂਦੇ ਨੇ, ਠੀਕ ਹੈ। ਉਹਨਾਂ ਨੂੰ ਰੈਸਕਿਊ ਕਰਨਾ, ਉਹਨਾਂ ਨੂੰ ਰੀਹੈਬਿਲਿਟੇਟ, ਇਹ ਹੁੰਦਾ ਆਪਣਾ ਹਿਊਮਨ ਜੋ ਵਾਈਲਡ ਲਾਈਫ ਕਨਫਲਿਕਟ ਹੁੰਦਾ ਕਿ ਜਦੋਂ ਘਰਾਂ ਦੇ ਵਿੱਚ ਆ ਜਾਂਦੇ ਨੇ, ਅਟੈਕ ਕਰ ਦਿੰਦੇ ਨੇ ਹਿਊਮਨਸ 'ਤੇ, ਠੀਕ ਹੈ। ਸੋ ਇਸ ਚੀਜ਼ ਨੂੰ ਰੋਕਣ ਲਈ, ਵਾਈਲਡ ਲਾਈਫ ਨੂੰ ਰੈਸਕਿਊ ਕਰਨ ਲਈ, ਉਹਨਾਂ ਨੂੰ ਮੋਨੀਟਰ ਕਰਨ ਲਈ ਜੋ ਹੈ ਪ੍ਰੋਜੈਕਟ ਹਨੂੰਮਾਨ ਚਲਾਇਆ ਹੈ ਆਂਧਰਾ ਪ੍ਰਦੇਸ਼ ਗੌਰਮੈਂਟ ਨੇ, ਠੀਕ ਹੈ ਜੀ। ਨੈਕਸਟ ਇਜ਼ 4 ਮਾਰਚ ਨੂੰ ਆਪਾਂ ਵਰਲਡ ਓਬੈਸਿਟੀ ਡੇ ਓਬਜ਼ਰਵ ਕਰਦੇ ਹਾਂ। ਐਂਡ ਇਸੇ ਦਿਨ 'ਤੇ ਵਰਲਡ ਓਬੈਸਿਟੀ ਐਟਲਸ ਜੋ ਹੈ ਰਿਲੀਜ਼ ਕੀਤਾ, ਜਿਹਦੇ ਵਿੱਚ ਇਹ ਪਾਇਆ ਗਿਆ ਕਿ ਇੰਡੀਆ ਨਾਓ ਰੈਂਕਸ ਸੈਕਿੰਡ ਗਲੋਬਲੀ ਫॉर ਚਿਲਡਰਨ ਹੂ ਆਰ ਓਵਰਵੇਟ ਐਂਡ ਲਿਵਿੰਗ ਵਿਦ ਓਬੈਸਿਟੀ ਆਫਟਰ ਚਾਈਨਾ। ਸੋ ਇੰਡੀਆ ਜੋ ਹੈ ਸੈਕਿੰਡ ਓਬੈਸ ਕੰਟਰੀ ਜੋ ਹੈ ਬਣ ਗਿਆ ਆਫਟਰ ਚਾਈਨਾ, ਜਿਹਦੇ ਵਿੱਚ ਬੱਚੇ ਜੋ ਹੈ ਓਵਰਵੇਟ ਹੈਗੇ ਆ, ਠੀਕ ਹੈ, ਜਾਂ ਫਿਰ ਓਬੈਸਿਟੀ ਦੇ ਨਾਲ ਜੀ ਰਹੇ ਨੇ। ਐਂਡ ਇਹ ਪ੍ਰੈਡਿਕਟ ਕੀਤਾ ਗਿਆ ਕਿ ਇੰਡੀਆ ਕੁਡ ਹੈਵ 41 ਮਿਲੀਅਨ ਚਿਲਡਰਨ ਵਿਦ ਹਾਈ ਬੋਡੀ ਮਾਸ ਇੰਡੈਕਸ ਯਾਨੀ ਕਿ BMI ਐਂਡ 14 ਮਿਲੀਅਨ ਲਿਵਿੰਗ ਵਿਦ ਓਬੈਸਿਟੀ। 2025-2040 ਦੇ ਵਿੱਚ ਇੰਡੀਆ ਦੇ ਵਿੱਚ 40 ਮਿਲੀਅਨ ਬੱਚੇ ਇਹੋ ਜਿਹੇ ਹੋਣਗੇ ਜਿਨ੍ਹਾਂ ਦੇ ਵਿੱਚ ਓਬੈਸਿਟੀ ਹੋਊਗੀ, ਯਾਨੀ ਕਿ ਮੋਟਾਪਾ ਹੋਊਗਾ, ਠੀਕ ਹੈ ਜੀ। ਐਂਡ 41 ਮਿਲੀਅਨ ਬੱਚੇ ਇਹੋ ਜਿਹੇ ਹੋਣਗੇ ਜਿਨ੍ਹਾਂ ਦਾ ਬੋਡੀ ਮਾਸ ਇੰਡੈਕਸ ਜੋ ਹੈ ਉਹ ਹਾਈ ਹੋਊਗਾ, ਠੀਕ ਹੈ। ਉਸ ਤੋਂ ਬਾਅਦ ਜੇ ਵਰਲਡ ਦੀ ਗੱਲ ਕਰ ਲਈਏ ਤਾਂ Atlas found that more than 1 in 5 यानी कि 20% नियरली in the age group of 5 to 19 are living with obesity या फिर वो overweight ने, ठीक है जी। सो 20% जो बच्चे ने 5 to 19 ਏਜ ਗਰੁੱਪ ਦੇ ਵਿੱਚ ਉਹ obesity ਦੇ ਸ਼ਿਕਾਰ ਨੇ। ਨੈਕਸਟ ਨਿਊਜ਼ ਇਜ਼ ਰਿਲੇਟਡ ਟੂ ਅ ਬੁੱਕ ਦਾ ਨਾਮ ਹੈਗਾ ਦ ਅਦਰ ਹਾਫ ਆਫ ਦੀ ਕੋਕੋਨਟ ਵੂਮਨ ਰਾਈਟਿੰਗ ਸੈਲਫ ਰਿਸਪੈਕਟ ਹਿਸਟਰੀ, ਠੀਕ ਹੈ ਜੀ। ਇਹ ਬੁੱਕ ਨੂੰ ਐਡਿਟ ਕੀਤਾ ਕੇ ਸ਼੍ਰੀਲਤਾ ਨੇ। ਸੋ ਬੁੱਕ ਰਿਲੇਟਡ ਨਿਊਜ਼ ਹੈ, ਯਾਦ ਰੱਖਿਓ। ਅਗੇਨ 4 ਮਾਰਚ ਨੂੰ ਆਪਾਂ ਵਰਲਡ ਓਬੈਸਿਟੀ ਡੇ ਦੇ ਨਾਲ ਵਰਲਡ ਇੰਜੀਨੀਅਰਿੰਗ ਡੇ ਵੀ ਸੈਲੀਬ੍ਰੇਟ ਕਰਦੇ ਹਾਂ, ਇਹ ਇੰਪੋਰਟੈਂਟ ਹੈ, ਯਾਦ ਰੱਖਿਓ ਤੁਸੀਂ। ਨੈਕਸਟ ਨਿਊਜ਼ ਵਾਜ਼ ਰਿਲੇਟਡ ਟੂ FIFA 2026। ਤੋਂ FIFA 2026 ਜੋ ਹੈ ਉਹ 3 ਕੰਟਰੀਜ਼ ਦੇ ਵਿੱਚ ਹੋਊਗਾ। US, ਮੈਕਸੀਕੋ ਐਂਡ ਕੈਨੇਡਾ ਜੁਆਇੰਟਲੀ ਹੋਸਟ ਕਰਨਗੇ 2026 ਦੇ ਵਿੱਚ। ਹਰ 4 ਸਾਲ ਬਾਅਦ ਜੋ ਹੈ ਵਰਲਡ ਕੱਪ ਹੁੰਦਾ, ਫੁੱਟਬਾਲ ਦਾ ਵਰਲਡ ਕੱਪ ਹੈਗਾ। ਫੁੱਲ ਫਾਰਮ ਕੀ ਹੈਗੀ ਇਹਦੀ? ਫੈਡਰੇਸ਼ਨ ਇੰਟਰਨੈਸ਼ਨਲ ਡੀ ਫੁੱਟਬਾਲ ਐਸੋਸੀਏਸ਼ਨ, ਠੀਕ ਹੈ। ਇਹਦੇ ਪ੍ਰੈਜ਼ੀਡੈਂਟ ਕੌਣ ਹੈਗੇ? ਜਾਨੀ ਇਨਫੈਂਟਿਨੋ, ਠੀਕ ਹੈ। PCS ਦੇ ਵੀ ਡਾਇਰੈਕਟ ਕੁਐਸਚਨ ਆ ਗਿਆ ਸੀਗਾ ਕਿ FIFA ਦੇ ਜੋ ਪ੍ਰੈਜ਼ੀਡੈਂਟ ਉਹ ਕੌਣ ਨੇ, ਠੀਕ ਹੈ ਜੀ। ਸੋ ਯਾਦ ਰੱਖਿਓ। ਐਂਡ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਦੱਸੋ ਕਿ ਇਸ ਤੋਂ ਪਹਿਲਾਂ ਵਾਲਾ ਜੋ 2022 ਦਾ FIFA ਸੀਗਾ ਕੌਣ ਜਿੱਤਿਆ ਸੀਗਾ, ਠੀਕ ਹੈ। ਐਂਡ ਉਹ ਕਿੱਥੇ ਹੋਇਆ ਸੀਗਾ? ਸੋ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ। ਨਿਊਜ਼ ਦੇ ਵਿੱਚ ਕਿਉਂ ਸੀਗਾ? ਕਿਉਂਕਿ ਜੋ ਹੈ ਕਾਈਂਡ ਆਫ ਵॉर ਚੱਲ ਰਹੀ ਹੈ ਇਜ਼ਰਾਈਲ, ਇਰਾਨ ਐਂਡ US ਦੇ ਵਿੱਚ। ਐਂਡ ਇਹਨਾਂ ਦੇ ਪ੍ਰੈਜ਼ੀਡੈਂਟ ਨੇ ਹੁਣ ਬਿਆਨ ਦਿੱਤਾ ਗਾ ਕਿ FIFA ਨੂੰ ਆਪਾਂ ਪੋਸਟਪੋਨ ਨਹੀਂ ਕਰਾਂਗੇ। ਸੋ FIFA ਜੋ ਹੈ ਕੰਡਕਟ ਹੋਊਗਾ। ਨੈਕਸਟ ਨਿਊਜ਼ ਇਜ਼ ਚੰਡੀਗੜ੍ਹ ਡਿਕਲੇਅਰਡ ਫੁੱਲੀ ਲਿਟਰੇਟ ਵਿਦ 99.93 ਲਿਟਰੇਸੀ ਰੇਟਸ, ਠੀਕ ਹੈ ਜੀ। ਚੰਡੀਗੜ੍ਹ ਨੂੰ ਫੁੱਲੀ ਲਿਟਰੇਟ ਡਿਸਟ੍ਰਿਕਟ ਜੋ ਹੈ ਉਹ ਡਿਕਲੇਅਰ ਕਰਤਾ, UT ਡਿਕਲੇਅਰ ਕਰਤਾ ਹੈ। ਨੈਕਸਟ ਇਜ਼ ਕੁਫਰੀ ਜਾਮੁਨੀਆ। ਕੁਫਰੀ ਜਾਮੁਨੀਆ ਇੱਕ ਪਰਪਲ ਪੋਟੈਟੋ ਦੀ ਕੈਟਾਗਰੀ ਹੈਗੀ ਆ, ਵੈਰਾਈਟੀ ਹੈਗੀ ਆ, ਜਿਹਨੂੰ ਸੈਂਟਰਲ ਪੋਟੈਟੋ ਰਿਸਰਚ ਇੰਸਟੀਚਿਊਟ ਨੇ ਬਣਾਇਆ ਸੀਗਾ। 2024 ਦੇ ਵਿੱਚ ਇਹ ਵੈਰਾਈਟੀ ਜੋ ਹੈ ਉਹ ਲਾਂਚ ਹੋਈ ਸੀਗੀ। ਐਂਡ ਰੀਸੈਂਟਲੀ ਨਿਊਜ਼ ਦੇ ਵਿੱਚ ਕਿਉਂ ਸੀਗੀ? ਬਿਕੋਜ਼ ਇੱਕ ਆਰਟੀਕਲ ਆਇਆ ਸੀਗਾ ਐਂਡ ਪੰਜਾਬ ਦੇ ਕੁਝ ਫਾਰਮਰਸ ਹੈ ਜੋ ਕਿ ਇਹਦੀ ਕਲਟੀਵੇਸ਼ਨ ਕਰ ਰਹੇ ਨੇ ਪਰਪਲ ਪੋਟੈਟੋ ਦੀ। ਐਂਡ ਇਹ ਕਾਫੀ ਜ਼ਿਆਦਾ ਨਿਊਟਰੀਐਂਟ ਰਿਚ ਮੰਨਿਆ ਜਾਂਦਾ ਗਾ। ਇਹਦੇ ਵਿੱਚ ਸ਼ੂਗਰ ਨਹੀਂ ਹੁੰਦੀ। ਵੈਸੇ ਆਪਾਂ ਮੰਨਦੇ ਹਾਂ ਨਾ ਕਿ ਪੋਟੈਟੋ ਦੇ ਵਿੱਚ ਸ਼ੂਗਰ ਕਾਫੀ ਹੁੰਦੀ ਹੈ। ਇਹ ਸ਼ੂਗਰ ਫਰੀ ਹੈਗਾ, ਵਿਟਾਮਿਨ C ਰਿਚ ਹੈਗਾ ਐਂਡ ਇਹਦੇ ਵਿੱਚ ਐਂਟੀਆਕਸੀਡੈਂਟਸ ਕਾਫੀ ਪਾਏ ਜਾਂਦੇ ਆ। ਐਂਡ ਇਹਦੇ ਵਿੱਚ ਇੱਕ ਐਂਥੋਸਾਇਨਿਨ ਕੰਟੈਂਟ ਕਾਫੀ ਜ਼ਿਆਦਾ ਪਾਇਆ ਜਾਂਦਾ, ਇਹ ਯਾਦ ਰੱਖਿਓ, ਠੀਕ ਹੈ ਜੀ। ਸੋ ਕੁਐਸਚਨ ਜੇ ਆ ਜਾਵੇ ਕਿ ਕੁਫਰੀ ਜਾਮੁਨੀਆ ਕੀ ਹੈਗਾ, ਇਟ ਇਜ਼ ਅ ਵੈਰਾਈਟੀ ਆਫ ਪੋਟੈਟੋ, ਠੀਕ ਹੈ, ਜੋ ਕਿ ਪਰਪਲ ਪੋਟੈਟੋ ਆਪਾਂ ਨੂੰ ਵਿਖਦਾ ਹੈ। ਨੈਕਸਟ ਨਿਊਜ਼ ਇਜ਼ ਰਿਲੇਟਡ ਟੂ ਪੰਜਾਬ, ਇੰਪੋਰਟੈਂਟ ਨਿਊਜ਼ ਹੈਗੀ ਆ। ਸੋ ਪੰਜਾਬ ਕੈਬਨਿਟ ਅਪਰੂਵਡ ਦਾ ਐਸਟੈਬਲਿਸ਼ਮੈਂਟ ਆਫ ਸ਼੍ਰੀ ਗੁਰੂ ਤੇਗ ਬਹਾਦਰ ਯੂਨੀਵਰਸਿਟੀ। ਕਿੱਥੇ ਬਣਨ ਜਾ ਰਹੀ ਹੈ? ਅਨੰਦਪੁਰ ਸਾਹਿਬ ਦੇ ਵਿੱਚ, ਠੀਕ ਹੈ। ਇਹਦੇ ਨਾਲ ਇਹ ਕੈਬਨਿਟ ਨੇ ਅਪਰੂਵ ਕੀਤਾ ਗਾ ਮਾਈਸ ਨੂੰ। ਮਾਈਸ ਦੀ ਫੁੱਲ ਫਾਰਮ ਕੀ ਹੈਗੀ? ਮੀਟਿੰਗਸ, ਇਨਸੈਂਟਿਵਸ, ਕਾਨਫਰੰਸਿਸ ਐਂਡ ਐਗਜ਼ੀਬਿਸ਼ਨ ਪ੍ਰੋਜੈਕਟ ਫॉर ऑर्गेनाइजिंग कॉमर्शियल साइंटिफिक एजुकेशन गवर्नमेंट इवेंट। सो जो भी सपोज करो किसी ने एजुकेशनल इवेंट ऑर्गेनाइज करना गा, ਉਹਦੇ ਲਈ ਜੋ ਲੈਂਡ ਚਾਹੀਦੀ ਹੋਊਗੀ, ਸਾਰਾ ਮੈਨੇਜਮੈਂਟ ਕਰਨੀ ਪਊਗੀ। ਸੋ ਪਹਿਲਾਂ ਇਹ ਜੋ ਪ੍ਰੋਸੈਸ ਸੀਗਾ ਥੋੜ੍ਹਾ ਜਿਹਾ ਟੀਡੀਅਸ ਸੀਗਾ, ਠੀਕ ਹੈ, ਕਿਉਂਕਿ ਚਾਰਜਿਸ ਦਾ ਪਤਾ ਨਹੀਂ ਸੀ ਹੁੰਦਾ ਵੀ ਲੈਂਡ ਦੇ ਕਿੰਨੇ ਚਾਰਜਿਸ ਹੋਣਗੇ। ਉਹ ਸਾਰਾ ਜੋ ਕਾਫੀ ਟੀਡੀਅਸ ਪ੍ਰੋਸੈਸ ਸੀਗਾ। ਸੋ ਉਸ ਚੀਜ਼ ਨੂੰ ਸਿੰਪਲੀਫਾਈ ਕਰਨ ਲਈ ਹੁਣ ਜੋ ਕੋਈ ਐਗਜ਼ੀਬਿਸ਼ਨ ਆਪਣੀ ਲਾਉਣਾ ਚਾਹੁੰਦਾ ਹੈ, ਸੋ ਉਹ ਜੋ ਹੈ ਈਜ਼ੀ ਹੋ ਜਾਊਗਾ ਕਿਉਂਕਿ ਉਹਨੂੰ ਪ੍ਰਾਇਰ ਨੋਲੇਜ ਹੋਊਗੀ ਸਭ ਕੁਝ, ਠੀਕ ਹੈ ਜੀ। ਸੋ ਇਹਦੇ ਲਈ ਇਹ ਮਾਈਸ ਪ੍ਰੋਜੈਕਟ ਜੋ ਅਪਰੂਵ ਕੀਤਾ ਗਾ ਪੰਜਾਬ ਗਵਰਨਮੈਂਟ ਨੇ। ਨੈਕਸਟ ਨਿਊਜ਼ ਇਜ਼
फर्स्ट एडिशन ऑफ इंडिया इंटरनेशनल डिस्प्यूट वीक 2026 होस्टेड बाय चंडीगढ़। ठीक है जी। सो पहला जो इंडिया इंटरनेशनल डिस्प्यूट वीक है वो चंडीगढ़ ਦੇ ਵਿੱਚ ਹੋਇਆ ਐਂਡ ਇਸੇ ਮੌਕੇ ਤੇ ਆਪਣੇ ਜੋ ਚੀਫ ਜਸਟਿਸ ਆਫ ਇੰਡੀਆ ਹੈਗੇ ਸੂਰਿਆਕਾਂਤ, ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਇੰਟਰਨੈਸ਼ਨਲ ਆਰਬਿਟ੍ਰੇਸ਼ਨ ਸੈਂਟਰ ਦੀ ਵੀ ਇਨੈਗੋਰੇਸ਼ਨ ਕੀਤੀ ਆ। ਸੋ ਇਹਦੇ ਵਿੱਚ ਸਿੰਪਲੀ ਤੁਸੀਂ ਯਾਦ ਰੱਖਿਓ ਕਿ ਪਹਿਲਾ ਇੰਡੀਆ ਇੰਟਰਨੈਸ਼ਨਲ ਡਿਸਪਿਊਟ ਵੀਕ ਕਿੱਥੇ ਆਰਗੇਨਾਈਜ਼ ਹੋਇਆ ਸੀਗਾ। ਸੋ ਚੰਡੀਗੜ੍ਹ ਵਿਲ ਬੀ ਦਾ ਆਨਸਰ। ਨੈਕਸਟ ਅਗੇਨ ਇੰਪੋਰਟੈਂਟ ਨਿਊਜ਼ ਹੈਗੀ ਆ। ਸੋ ਬਲੇਂਦਰ ਸ਼ਾਹ, ਇਹਨਾਂ ਦੀ ਪਾਰਟੀ ਦਾ ਨਾਮ ਹੈਗਾ ਰਾਸ਼ਟਰੀ ਸੁਤੰਤਰਤਾ ਪਾਰਟੀ RSP। ਇਹ ਜੋ ਹੈ ਪ੍ਰਾਈਮ ਮਿਨਿਸਟਰ ਬਣ ਗਏ ਨੇ ਨੇਪਾਲ ਦੇ ਐਂਡ ਇਸ ਤੋਂ ਪਹਿਲਾਂ ਪ੍ਰਾਈਮ ਮਿਨਿਸਟਰ ਕੌਣ ਸੀਗੇ? KP ਸ਼ਰਮਾ ਓਲੀ ਜੋ ਹੈ ਪਹਿਲਾ ਪ੍ਰਾਈਮ ਮਿਨਿਸਟਰ ਸੀਗੇ। ਉਹਨਾਂ ਨੂੰ ਹਰਾ ਕੇ ਜੋ ਹੈ ਬਲੇਂਦਰ ਸ਼ਾਹ ਜੋ ਹੈ ਨਿਊ ਪ੍ਰਾਈਮ ਮਿਨਿਸਟਰ ਬਣੇ ਨੇ ਨੇਪਾਲ ਦੇ। ਨੈਕਸਟ ਐਂਡ ਇੰਪੋਰਟੈਂਟ ਨਿਊਜ਼ ਇਜ਼ ਰਿਲੇਟਡ ਟੂ ਇੰਪੋਰਟੈਂਟ ਡੇ। ਸੋ 8th of March ਨੂੰ ਆਪਾਂ ਇੰਟਰਨੈਸ਼ਨਲ ਵਿਮਨਸ ਡੇ ਸੈਲੀਬ੍ਰੇਟ ਕਰਦੇ ਹਾਂ ਐਂਡ ਇਸ ਵਾਰ ਦੀ ਥੀਮ ਕੀ ਸੀਗੀ? ਰਾਈਟਸ, ਜਸਟਿਸ, ਐਕਸ਼ਨ ਫॉर ऑल ਵਿਮਨ ਐਂਡ ਗਰਲਸ। ਐਂਡ ਇਸੇ ਟਾਈਮ ਤੇ ਕੈਂਪੇਨ ਚਲਾਈ ਗਈ ਗਿਵ ਟੂ ਗੇਨ। ਸੋ ਕੈਂਪੇਨ ਦਾ ਨਾਮ ਵੀ ਤੁਸੀਂ ਯਾਦ ਰੱਖਣਾ ਐਂਡ ਥੀਮ ਵੀ ਤੁਸੀਂ ਯਾਦ ਰੱਖਣੀ ਹੈ। ਐਂਡ ਲਾਸਟ ਐਂਡ ਇੰਪੋਰਟੈਂਟ ਨਿਊਜ਼ ਆਫ ਦ ਡੇ ਇਜ਼ ਦੀ ਥਰਡ ਮਿਸਾਈਲ ਸਿਸਟਮ। ਕਾਫੀ ਜ਼ਿਆਦਾ ਨਿਊਜ਼ ਦੇ ਵਿੱਚ ਸੀਗਾ। ਥਰਡ ਮਿਸਾਈਲ ਸਿਸਟਮ ਦੀ ਫੁੱਲ ਫਾਰਮ ਹੈਗੀ ਆ ਟਰਮੀਨਲ ਹਾਈ ਐਲਟੀਟਿਊਡ ਏਰੀਆ ਡਿਫੈਂਸ ਰਡਾਰ ਸਿਸਟਮ ਆਫ US ਇਜ਼ ਬੀਇੰਗ ਡਿਸਟਰੋਇਡ ਬਾਈ ਈਰਾਨ। ਸੋ ਨਿਊਜ਼ ਦੇ ਵਿੱਚ ਕਿਉਂ ਸੀਗਾ? ਇਹ ਰਡਾਰ ਸਿਸਟਮ ਸੀਗਾ US ਦਾ, ਇਸ ਤਰੀਕੇ ਦਾ ਦਿਖਦਾ, ਤੁਸੀਂ ਇਮੇਜ ਦੇ ਵਿੱਚ ਵੇਖ ਸਕਦੇ ਹੋ। ਠੀਕ ਹੈ ਜੀ। ਇਹਦਾ ਕੰਮ ਕੀ ਸੀਗਾ ਕਿ ਕੋਈ ਵੀ ਮਿਸਾਈਲ ਆ ਰਹੀ ਹੈ ਉਹਨੂੰ ਇੰਟਰਸੈਪਟ ਕਰਕੇ, ਬਲਿਸਟਿਕ ਮਿਸਾਈਲ ਨੂੰ ਇੰਟਰਸੈਪਟ ਕਰਕੇ ਉਹਨੂੰ ਟਾਰਗੇਟ ਕਰਨਾ। ਠੀਕ ਹੈ, ਉਹਨੂੰ ਰੋਕਣਾ, ਠੀਕ ਹੈ, ਉਹਨੂੰ ਮਾਰ ਗਿਰਾਣਾ, ਨਿਊਟਰਲਾਈਜ਼ ਕਰਨਾ। ਇਹਦਾ ਕੰਮ ਸੀਗਾ ਇਸ ਰਡਾਰ ਸਿਸਟਮ ਦਾ। ਇਸ ਰਡਾਰ ਸਿਸਟਮ ਨੂੰ ਡਿਸਟਰੋਏ ਕਰਤਾ ਈਰਾਨ ਨੇ। ਠੀਕ ਹੈ, ਇਸ ਕਰਕੇ ਨਿਊਜ਼ ਦੇ ਵਿੱਚ ਸੀਗਾ। ਠੀਕ ਹੈ, ਇਟ ਇਜ਼ ਬੀਇੰਗ ਯੂਜ਼ਡ ਟੂ ਡਿਟੈਕਟ ਐਂਡ ਇੰਟਰਸੈਪਟ ਬਲਿਸਟਿਕ ਮਿਸਾਈਲਸ ਇਨ ਦਾ ਮਿਡਲ ਈਸਟ। ਠੀਕ ਹੈ ਜੀ। ਐਂਡ ਦਿਸ ਵਾਜ਼ ਅਬਾਊਟ ਦਾ ਨਿਊਜ਼। ਇਸ ਤੋਂ ਬਾਅਦ ਆਪਣੀ ਵੈਬਸਾਈਟ ਹੈਗੀ ਹੈ www.sangharsh.com। ਠੀਕ ਹੈ, ਇਸ ਜਾ ਕੇ ਤੁਸੀਂ ਰਜਿਸਟਰ ਕਰ ਸਕਦੇ ਹੋ ਕੋਰਸ ਲਈ। ਉਸ ਤੋਂ ਬਾਅਦ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੈ, ਕੋਈ ਕੁਐਰੀ ਹੈਗੀ ਆ, ਦੈਨ ਤੁਸੀਂ 9988510006 ਇਸ ਨੰਬਰ 'ਤੇ ਕਾਲ ਕਰ ਸਕਦੇ ਹੋ। ਐਂਡ ਇਸ PDF ਨੂੰ ਤੁਸੀਂ ਅਵੇਲ ਕਰ ਸਕਦੇ ਹੋ ਆਪਣੇ ਟੈਲੀਗ੍ਰਾਮ ਚੈਨਲ 'ਤੇ, ਜਿਹਦਾ ਨਾਮ ਹੈਗਾ ਸੰਘਰਸ਼ ਅਕੈਡਮੀ PDFs ਐਂਡ ਜੋਬ ਅਪਡੇਟਸ। ਠੀਕ ਹੈ ਜੀ। ਸੋ ਦਿਸ ਵਾਜ਼ ਆਲ ਅਬਾਊਟ ਦਾ ਨਿਊਜ਼। ਕੁਛ ਡਾਊਟ ਹੋਵੇ ਤਾਂ ਕਮੈਂਟ ਸੈਕਸ਼ਨ 'ਚ ਪੁੱਛ ਲਿਆ ਕਰੋ ਐਂਡ ਪਾਰਟੀਸਪੇਟ ਜ਼ਰੂਰ ਕਰਿਆ ਕਰੋ। ਜਿਹੜਾ ਕੁਐਸਚਨ ਮੈਂ ਤੁਹਾਨੂੰ ਪੁੱਛਦੀ ਉਹਦਾ ਆਨਸਰ ਜ਼ਰੂਰ ਕਰਿਆ ਕਰੋ ਕਮੈਂਟ ਸੈਕਸ਼ਨ ਦੇ ਵਿੱਚ। ਥੈਂਕ ਯੂ ਸੋ ਮਚ ਫॉर ਵਾਚਿੰਗ।